पूरा सौ पहचानिए जो लड़े दीन के हेत पुरजा पुरजा कट मरे कभी ना साडे खेत। ਵੱਡੇ ਘਰਾਣਿਆਂ ਦੇ ਜਿਹੜੇ ਕਾਲਾ ਧਨ ਬਾਹਰਲੇ ਮੁਲਕਾਂ ਦੇ ਵਿੱਚ ਪਿਆ, ਸਵਿਟਜ਼ਰਲੈਂਡ ਦੇ ਵਿੱਚ ਪਿਆ, ਵੀ ਉਹਨਾਂ ਨੂੰ ਮੈਂ ਲਿਆ ਕੇ ਤੁਹਾਡੇ ਖਾਤਿਆਂ ਵਿੱਚ ਪਾਊਂਗਾ। ਗਰੀਬ ਬੰਦੇ ਸਾਰਿਆਂ ਦੇ ਇਕੱਲੇ ਇਕੱਲੇ ਬੰਦੇ ਨੂੰ 15-15 ਲੱਖ ਰੁਪਇਆ ਕਿਹਾ ਜੀ ਟੋਟਲ ਭਾਰਤ ਦੇ ਨੂੰ, ਉਹ ਨਹੀਂ ਮਿਲਿਆ ਕਿਸੇ ਨੂੰ। ਵਿਜੇ ਮਾਲੀਆ 9000 ਕਰੋੜ ਤੋਂ ਉੱਪਰ ਲੈ ਕੇ ਭੱਜ ਗਿਆ, ਹਾਲੇ ਤੱਕ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜੇ ਕਿਸਾਨ ਦੀ ਕਿਸ਼ਤ ਲੇਟ ਹੋ ਜਾਂਦੀ ਹੈ, ਲੋਨ ਲੱਗਾ ਹੁੰਦਾ ਤਾਂ ਉਹਨੂੰ ਨੋਟਿਸ ਆਉਣ ਲੱਗ ਜਾਂਦੇ ਨੇ 1 ਮਹੀਨੇ ਮਗਰ, ਤੇ ਦੂਜੇ ਮਹੀਨੇ ਉਹਦੀ ਫੋਟੋ ਲੱਗ ਜਾਂਦੀ ਆ, ਤੀਜੇ ਮਹੀਨੇ ਉਹਨੂੰ ਚੱਕ ਕੇ ਅੰਦਰ ਮਾਰਦੇ। ਕਾਂਗਰਸ ਤੇ ਬਾਦਲ ਵਾਲੇ ਆਉਂਦੇ ਨੇ, ਇਹ ਮਿਲੇ ਹੋਏ ਨੇ ਉਹਨਾਂ ਨਾਲ। ਹੁਣ ਕੇਜਰੀਵਾਲ ਇਸ ਮਤਲਬ ਦੇ ਕੇਜਰੀਵਾਲ ਨੇ ਵੀ ਮਤਾ ਨਹੀਂ ਪਾਇਆ ਹੈਗਾ, ਉਹ ਵੀ ਬਹੁਤ ਹੱਦ ਸੀਗਾ ਆਉਂਦਾ, ਉਹ ਵੀ ਬੋਲਿਆ ਨਹੀਂ ਹੈਗਾ, ਨਾ ਉਹਨੇ ਮਤਾ ਪਾਇਆ, ਨਾ ਕੈਪਟਨ ਅਮਰਿੰਦਰ ਨੇ ਮਤਾ ਪਾਇਆ ਵਿਧਾਨ ਸਭਾ ਦੇ ਵਿੱਚ। ਅਸੀਂ ਇਹਨੂੰ ਕਿਵੇਂ ਮੰਨ ਲਈਏ, ਸਾਰੇ ਰਲੇ ਮਿਲੇ ਦੇ। ਪਾਣੀ ਤੇ ਵੀ ਟੈਕਸ ਦਿੰਦੇ ਆ ਅਸੀਂ, ਬਿਜਲੀ ਤੇ ਵੀ ਟੈਕਸ ਦਿੰਦੇ ਆ ਅਸੀਂ, ਜੋ ਚੀਜ਼ ਜੁੱਤੀ ਲੈਂਦੇ ਉਹ ਤੇ ਟੈਕਸ ਦਿੰਦੇ ਆ, ਰਮਾਲ ਤੱਕ ਵੀ ਟੈਕਸ ਦਿੰਦੇ ਆ। ਫਿਰ ਉਹ ਖਾਧਾ ਕਿਹਨੇ ਪੰਜਾਬ? ਗਰੀਬ ਕਿਹਨੇ ਕੀਤਾ? ਗਰੀਬ ਕੀਤਾ ਇਹਨਾਂ ਨੇ ਲੀਡਰਾਂ ਨੇ, ਗਰੀਬ ਕੀਤਾ ਇਹਨਾਂ ਅਫਸਰਾਂ ਨੇ। ਇਹ ਸਾਰੇ ਜ਼ਿੰਮੇਵਾਰ ਇਹ ਨੇ। ਜਿਵੇਂ ਕਿ ਹੁਣ ਉਹ ਜਿਹਾ ਰਾਜ ਸੀਗਾ, ਜੇ ਸਾਡਾ $1 ਸੀਗਾ ਉਸ ਟਾਈਮ ਦਾ 1 ਰੁਪਈਆ ਮਹਾਰਾਜਾ ਰਣਜੀਤ ਸਿੰਘ ਦਾ, ਤਾਂ ਇੰਗਲੈਂਡ ਦੇ 3 ਰੁਪਏ ਬਣਦੇ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਬੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਖੇਤੀ ਬਿੱਲਾਂ ਦਾ ਵਿਰੋਧ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ, ਚਾਹੇ ਫਿਰ ਉਹ ਕਿਸਾਨ ਜਥੇਬੰਦੀਆਂ ਹੋਣ ਜਾਂ ਫਿਰ ਨੌਜਵਾਨ ਵਰਗ ਹੋਵੇ ਜਾਂ ਫਿਰ ਕਲਾਕਾਰ। ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਬਾਰਡਰ ਤੇ, ਜਿੱਥੇ ਕਿ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਬਿੱਲਾਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਉਹ ਸ਼ੰਭੂ ਬਾਰਡਰ ਤੇ ਬੈਠੇ ਨੇ। ਪਰ ਫਿਰ ਵੀ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜਾ ਕੇਂਦਰ ਸਰਕਾਰ ਤੇ ਹਲੇ ਦਬਾਅ ਨਹੀਂ ਬਣਿਆ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਜਿਹੜੇ ਮੋਢੀ ਨੇ, ਮੁਖੀ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਜਿਹੜਾ ਇਹ ਸੰਘਰਸ਼ ਹੈ ਉਹ ਕਿੰਨੀ ਕੁ ਦੇਰ ਤੱਕ ਚੱਲੇਗਾ ਤੇ ਕੇਂਦਰ ਤੇ ਦਬਾਅ ਪਾਉਣ ਦੇ ਲਈ ਹੋਰ ਕਿਹੜੀ ਰਣਨੀਤੀ ਅਪਣਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਜਿਹੜੇ ਹੁਣ 3 ਆਰਡੀਨੈਂਸ ਸਰਕਾਰ ਅੱਜ ਦੇ ਨਹੀਂ ਲੈ ਕੇ ਆਈ, ਪਿਛਲੀਆਂ ਸਰਕਾਰਾਂ ਦਾ ਇਹ ਜਿਹੜੇ ਮੁੱਦੇ ਲੈ ਕੇ ਆਈ ਹੋਈ ਹੈ। ਕਈ ਚੀਜ਼ਾਂ ਹਜੇ ਪਾਸ ਹੋਣੀਆਂ ਨੇ, ਕਈ ਹੋ ਗਈਆਂ। ਜਿਹੜਾ ਪਿਛਲਾ ਨੋਟਬੰਦੀ ਸੀ ਨਾ, ਇਹ ਵੀ ਉਸੇ ਦਾ ਇੱਕ ਹਿੱਸਾ ਹੈ। ਇਹ ਬਾਹਰਲੇ ਦੇਸ਼ਾਂ ਦੇ ਵਿੱਚੋਂ, ਅਦਰ ਸਟੇਟ ਜਿਹੜੇ ਸਾਡੇ ਬਾਹਰਲੇ ਦੇਸ਼ ਨੇ ਉਹਨਾਂ ਦੇ ਵਿੱਚੋਂ ਇਹ ਚੱਕਦੇ ਹੁੰਦੇ ਹੈ ਉਹਨਾਂ ਦੀ ਤਰਜ਼ ਦੇ ਉੱਤੇ। ਪਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਔਰ ਆਸਟ੍ਰੇਲੀਆ ਦੇ ਵਿੱਚ, ਕੁਝ ਯੂਰਪ ਦੇ ਦੇਸ਼ਾਂ ਦੇ ਵਿੱਚ ਲਾਗੂ ਹੋਇਆ ਹੋਣਾ। ਪਰ 3 ਦੇਸ਼ਾਂ ਦੇ ਵਿੱਚ, 3 ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਚੀਜ਼ ਨੂੰ ਰੱਦ ਕਰ ਦਿੱਤਾ। ਮੁੜ ਕੇ ਜਿਵੇਂ ਇੰਡੀਆ ਦੇ ਵਿੱਚ ਅਸੀਂ ਹੁਣ ਚੱਲ ਰਹੇ ਹਾਂ ਨਾ, ਜਿਵੇਂ ਆਪਣੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਅਦਰ ਸਟੇਟ ਕੁਝ ਇਹੋ ਜਿਹੇ ਨੇ ਜਿੱਥੇ ਲਾਗੂ ਹੋ ਚੁੱਕੇ ਆ। ਅਗਰ ਅਸੀਂ ਉਹਨਾਂ ਨਾਲ ਗੱਲ ਕਰੀਏ, ਕਿਸਾਨਾਂ ਨਾਲ, ਉਹ ਕਹਿੰਦੇ ਕਿਸੇ ਵੀ ਕੀਮਤ 'ਤੇ ਤੁਸੀਂ ਇਹ ਲਾਗੂ ਨਾ ਹੋਣ ਦਿਓ ਔਰ ਤੁਹਾਨੂੰ ਲੇਬਰ ਛੱਡੋ, ਤੁਹਾਨੂੰ ਦਿਹਾੜੀ ਛੱਡੋ, ਤੁਹਾਨੂੰ ਤੁਹਾਡੇ ਫਾਰਮ ਦੇ ਖੇਤ ਦੇ ਇਹਨਾਂ ਨੇ ਦਰਸ਼ਨ ਨਹੀਂ ਕਰਨ ਦੇਣੇ। ਇਹਨਾਂ ਦੀ ਮੌਜ ਆ, ਤੁਹਾਨੂੰ ਝਾੜੂ ਜੇ ਫੇਰਨਾ ਕਿਤੇ ਫੇਰ ਸਕਦੇ ਹੋ, ਜਾਂ ਤੁਹਾਨੂੰ ਜਾਨਵਰ ਅੜਾਉਣ ਵਾਸਤੇ ਜਿਹੜੇ ਪੰਛੀ ਆ ਜਾਂਦੇ ਨਾ ਖੇਤਾਂ ਵਿੱਚ, ਤੁਹਾਨੂੰ ਜਾਨਵਰ ਅੜਾਉਣ ਵਾਸਤੇ ਨਹੀਂ ਇਹਨਾਂ ਨੇ ਰੱਖਣਾ। ਉਹ ਬਾਹਰਲੀਆਂ ਅਦਰ ਸਟੇਟ ਹੀ ਕਹਿੰਦੀ ਆ, ਪੰਜਾਬੀਓ ਸਾਡੇ ਵਿੱਚ ਤੇ ਤੁਹਾਡੇ ਵਿੱਚ ਅੰਤਰ ਬਹੁਤ ਹੈ, ਤੁਹਾਡੀ ਮਿੱਟੀ 'ਚ ਅਣਖਾ ਬਹੁਤ ਭਰਿਆ, ਤੁਸੀਂ ਯੋਧੇ ਬਹੁਤ ਹੋ, ਤੁਹਾਡੇ ਕਿੱਸੇ ਬੜੇ ਸੁਣੇ ਸੀ। ਇਹ ਸਰਕਾਰ ਨੇ ਦੇਖੇ ਨਹੀਂ। ਚੈਲੰਜ ਨਾ ਸਮਝੇ, ਇਹ ਚੈਲੰਜ ਨਹੀਂ ਹੈਗਾ, ਇਹ ਸਾਡੀ ਫਿਦਰਤ ਹੈ, ਸਾਡਾ ਸੁਭਾਅ ਆ। ਸਾਡਾ ਸੁਭਾਅ ਇਹ ਆ, ਜੇ ਕਿਤੇ ਆ ਕੇ ਪਿਆਰ ਨਾਲ ਕੋਈ ਕਹਿ ਦੇਵੇ, ਅਸੀਂ ਆਪਣਾ ਕਮੀਜ਼ ਵੀ ਲਾ ਕੇ ਦੇ ਦਿੰਦੇ ਹਾਂ, ਜਾਂ ਮੌਜ ਕਰ ਅਸੀਂ ਨੰਗੇ ਫਿਰਾਂਗੇ। ਪਰ ਜੇ ਆ ਕੇ ਕਿਤੇ ਸਾਡੇ ਕਾਲਰ ਨੂੰ ਕੋਈ ਹੱਥ ਪਾ ਲੇ ਨਾ, ਫਿਰ ਉਹ ਪੁੱਛ ਲਓ, ਇਤਿਹਾਸ ਤੋਂ ਪੁੱਛ ਲਓ,
ਸੈਂਟਰ ਸਰਕਾਰ ਇਹ ਚੀਜ਼ ਨੂੰ ਚੈਲੰਜ ਨਾ ਸਮਝੇ। ਸਾਡੇ ਖੂਨ ਵਿੱਚ ਕੋਈ ਚੀਜ਼ ਆ, ਸਾਡਾ ਲੋਹਾ ਦੁਨੀਆ ਮੰਨਦੀ ਆ, ਔਰ ਸਾਡਾ ਇਤਿਹਾਸ ਅਸੀਂ ਆਪ ਨਹੀਂ ਦੱਸਦੇ। ਪਾਕਿਸਤਾਨ ਨੂੰ ਪੁੱਛ ਲਓ, ਔਰ ਉੱਥੇ ਸਟੈਚੂ ਲੱਗੇ ਨੇ ਇੰਗਲੈਂਡ ਵਿੱਚ, ਗੋਰਿਆਂ ਨੂੰ ਪੁੱਛ ਲਓ, ਗੋਰਿਆਂ ਦੀਆਂ ਡੈਰੀਆਂ ਨੂੰ ਪੁੱਛ ਲਓ, ਮੁਗਲਾਂ ਨੂੰ ਪੁੱਛ ਲਓ, ਜਰਮਾਨਿਆਂ ਨੂੰ ਪੁੱਛ ਲਓ, ਜਿਹਨੂੰ ਮਰਜ਼ੀ ਪੁੱਛ ਲਓ, ਦਿੱਲੀ ਨੂੰ ਪੁੱਛ ਲਓ। ਦਿੱਲੀ ਨੂੰ ਤੁਸੀਂ 100 ਵਾਰੀ ਪੁੱਛੋ, ਦਿੱਲੀ ਤਾਂ ਸਾਡੇ ਵਾਸਤੇ ਇਹੋ ਜਿਹੀ ਚੀਜ਼ ਆ, ਕਹਿੰਦੇ ਜਿਹੋ ਜਿਹੀ ਕੁੱਟਲੀ ਬਿੱਲੀ ਉਹੋ ਜਿਹੀ ਢਾਲੀ ਦਿੱਲੀ। ਦਿੱਲੀ ਨੂੰ ਕੋਈ ਨਾ ਭੁਲੇਖਾ ਨਹੀਂ ਹੋਣਾ ਚਾਹੀਦਾ, ਕੱਢ ਦਿਓ ਭੁਲੇਖਾ। ਅਸੀਂ ਕੱਢਿਆ ਭੁਲੇਖਾ। ਤੁਹਾਡਾ ਤਖਤ ਨਾ ਤੌਜ ਘੋੜਿਆਂ ਦੇ ਪਿੱਛੇ ਪਾ ਕੇ ਉਹ ਸਾਡੇ ਹਰਮੰਦਰ 'ਚ ਅਜੇ ਵੀ ਪਿਆ। ਜੇ ਦੇਖਣਾ ਆ ਜਿਓ, ਮੈਂ ਦਿਖਾ ਦੂੰ ਤੁਹਾਨੂੰ ਘੁਮਾ ਕੇ, ਉੱਥੇ ਪਿਆ ਤਖਤ ਤੁਹਾਡਾ ਖਿੱਚ ਕੇ ਲੈ ਗਏ ਸੀ। ਆ ਤੁਹਾਡੇ ਲਾਲ ਕਿਲੇ ਤੇ ਨਾ, ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਤੁਹਾਡੀਆਂ ਮਿੰਨਤਾਂ, ਤੁਹਾਡੇ ਤਰਲੇ, ਤੁਹਾਡਾ ਤਰਸ, ਤੁਸੀਂ ਤਾਂ ਪੈਰਾਂ 'ਚ ਡਿੱਗ ਪਏ। ਅਸੀਂ ਕਿਹਾ ਜਾ ਓਏ ਸਿੱਖੋ, ਦੋ ਇਹਨਾਂ ਨੂੰ ਰਾਜ, ਜਿੱਦੇ ਫੇਰ ਹੋਇਆ ਫੇਰ ਚਾੜ ਲਾਂਗੇ ਝੰਡਾ। ਪਰ ਪਤਾ ਕੀ ਹੈ, ਕਿਸੇ ਦੇ ਸਬਰ ਨੂੰ ਨਾ ਪਰਖੇ, ਕਿਸੇ ਦੇ ਸਬਰ ਨੂੰ ਨਾ ਪਰਖੇ। ਇਤਿਹਾਸ ਪੜ੍ਹ ਕੇ ਸਮਝ ਤੋਂ ਕੰਮ ਲਵੋ। ਕੱਲੇ ਉਹ ਨਹੀਂ, ਕੱਲੀ ਦਿੱਲੀ ਨਹੀਂ, ਜਿਹੜਾ ਸਾਡਾ ਪਟਿਆਲੇ ਵਾਲਾ ਰਾਜਾ, ਇਹ ਉਹ ਰਾਜਾ ਨਹੀਂ ਰਿਹਾ ਜਿਹੜਾ ਗੁਰੂਆਂ ਦੇ ਟਾਈਮ ਸੀ। ਬਾਦਲ ਪਰਿਵਾਰ, ਗਰੀਬ ਪਰਿਵਾਰ, ਸਾਰਿਆਂ ਨੂੰ ਇੱਕ ਤਾਂ ਹੁੰਦਾ ਨਾ ਪੈਸੇ 'ਚ ਗਰੀਬ, ਇੱਕ ਦੀ ਹੁੰਦੀ ਹੈ ਜ਼ਮੀਰ ਗਰੀਬ। ਜਮੀ ਗਿਰੇ ਹੋਏ ਇਨਸਾਨ ਨੂੰ ਕਹਿੰਦੇ ਨੇ ਇਹ ਤਾਂ ਗਰੀਬ ਆ, ਇਹਨੂੰ ਛੱਡੋ। ਕਦੇ ਕਦੇ ਮੇਰਾ ਮਨ ਕਰਦਾ ਹੈ ਕਿਸੇ ਕੁੱਤੇ ਨੂੰ ਦੇਖੀਏ, ਕੁੱਤੇ ਨੂੰ ਦੇਖਿਆ, ਉਹਨੂੰ ਬੁਲਾਉਣਾ ਸੀ, ਪਰ ਜੀ ਕਰਦਾ ਕੁੱਤੇ ਨੂੰ ਕੁੱਤਾ ਨਾ ਕਹੇ, ਇਹ ਤਾਂ ਬੰਦਿਆਂ ਨਾਲੋਂ ਵੀ ਸਿਆਣਾ। ਕਦੇ ਕਦੇ ਇਹ ਜੇ ਬੰਦੇ ਦੇਖੇ, ਉਹਨੂੰ ਕੁੱਤਾ ਕਹਿਣ ਨੂੰ ਵੀ ਜੀ ਕਰਦਾ, ਕੁੱਤੇ ਵੀ ਤੂੰ ਚੰਗੇ ਨੇ, ਕੀ ਨਾਮ ਦਈਏ। ਪਰ ਸਾਡੇ ਮਹਾਰਾਜ ਜੀ ਨੇ ਫਿਰ ਦੱਸਿਆ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ। ਉਹ ਤੁਹਾਨੂੰ ਰਾਜ ਭਾਗ ਦਿੱਤੇ 100 ਸਾਲ ਹੋ ਗਿਆ, ਉਹ ਤੁਸੀਂ ਫੇਰ ਚੱਕੀਆਂ ਚੱਟਦੇ ਹੋ। ਤੁਸੀਂ ਕਿਸਾਨ ਦੇ ਪੁੱਤਰ ਹੋ ਕੇ ਕਿਸਾਨਾਂ ਦੇ ਹਥੇਸੀ ਬਣਦੇ ਹੋ। ਸੱਪ ਤੋਂ ਕਹਿੰਦੇ ਸੱਪ ਖਤਰਨਾਕ ਹੁੰਦਾ ਦੋ ਮੂੰਹਾਂ, ਬਜ਼ੁਰਗ ਕਹਿੰਦੇ ਦੋ ਮੂੰਹਾਂ ਸੱਪ ਹੈ, ਕਹਿੰਦੇ ਤਾਂ ਬੇਲੜ ਆ, ਇਹਨੂੰ ਇੱਧਰੋਂ ਹੱਥ ਲਾਓ ਇੱਧਰ ਨੂੰ ਤੁਰ ਪਊ, ਇੱਧਰੋਂ ਹੱਥ ਲਾਓ ਇੱਧਰ ਨੂੰ ਤੁਰ ਪਊ। ਦੋ ਮੂੰਹਾਂ ਸੱਪ ਦੇ ਜੋੜੇ ਜੇ ਕਿਸੇ ਨੇ ਦੇਖਣੇ ਨੇ, ਮਗਰ ਮਸ ਹੰਝੂ ਕੇਰਦਾ ਵੀ ਦੇਖਣਾ। ਦਿੱਲੀ ਕੁਛ ਹੋਰ ਗੱਲ, ਰਾਜਪੁਰਾ ਟੱਪ ਕੇ ਟੱਪ ਕੇ ਨਾ ਬਾਰਡਰ, ਇੱਥੇ ਕੁਛ ਹੋਰ ਗੱਲ। ਉਹ ਸਮਝਦੇ ਆ ਕਿਸਾਨ ਬੜੇ ਪੁਰਾਣੇ ਆ, 2020 ਵਾਲੇ ਕਿਸਾਨ ਆ। ਇਹ ਉਹੀ ਕਿਸਾਨ ਹੈ ਜਿਨ੍ਹਾਂ ਦੇ ਖੂਨ ਵਿੱਚ 10ਵੇਂ ਪਾਤਸ਼ਾਹ, ਜਿਨ੍ਹਾਂ ਦੀਆਂ ਰਗਾਂ ਵਿੱਚ 10ਵੇਂ ਪਾਤਸ਼ਾਹ ਦਾ ਖੂਨ ਦੌੜ ਰਿਹਾ ਹੈ। ਬੰਦਾ ਸਿੰਘ ਬਹਾਦਰ ਦਾ ਖੂਨ ਦੌੜ ਰਿਹਾ ਹੈ, ਬਾਬਾ ਦੀਪ ਸਿੰਘ ਦਾ ਖੂਨ ਦੌੜ ਰਿਹਾ ਹੈ। ਉਹ ਸਾਹਿਬਜ਼ਾਦਿਆਂ ਦੀ ਫਾਊਂਡੇਸ਼ਨ ਬਣਾਈ ਹੋਈ ਧਰਤੀ ਹੈ, ਬੇਸ ਬੜਾ ਤਕੜਾ ਹੈ। ਇਹਦੇ ਪੈਰ ਹਿਲਾਉਣ ਵਾਸਤੇ ਤੋਪਾਂ ਟੈਂਕਾਂ ਵਰਤੇ। ਤੋਪਾਂ ਟੈਂਕਾਂ ਛੱਡੋ, ਆ ਨਸ਼ਾ ਵਰਤ ਲਿਆ ਪੂਰਾ। ਐਤਕੀ ਲੱਗਦਾ ਸੀ ਸਾਡੇ ਨੌਜਵਾਨਾਂ 'ਚ ਕਿਤੇ ਅਣਖਾ ਤਾਂ ਨਹੀਂ ਖਤਮ ਹੋ ਗਿਆ। ਦਿੱਲੀ ਨੇ ਵੰਗਾਰਿਆ ਸਾਡੇ ਮੋਹਣੇ ਘੋਣੇ, ਦਾੜੀ ਮੁੰਨੀ ਤੁੰਨੀ ਰੱਖੀ, ਸਾਰੇ ਆ ਗਏ ਸੜਕਾਂ ਤੇ। ਹੁਣ ਤਾਂ ਸਾਡੇ ਕੇਸਰੀ ਨਿਸ਼ਾਨ ਸਾਹਿਬ ਸਾਰੇ ਵਰਲਡ ਤੇ ਝੁਲਦੇ ਆ। ਬੋਲੇ ਸੋ ਨਿਹਾਲ, ਬੋਨੀ ਮਾਰ ਖਾਂਦੇ ਚੱਲੀਏ। ਹੁਣ ਸਾਡਾ ਜਾਹੋ ਜਲਾਲ ਕੇਸਰੀ ਨਿਸ਼ਾਨ ਸਾਹਿਬ ਤੇ ਕੇਸਰੀ ਜਾਹੋ ਜਲਾਲ ਸਾਰੀ ਦੁਨੀਆ ਤੇ ਰੰਗਿਆ ਗਿਆ। ਹੁਣ ਮਾਰ ਨਹੀਂ ਖਾਂਦੇ। ਬਾਕੀ ਗੱਲ ਰਹੀ ਖੇਤਾਂ ਦੀ, ਕਦੇ ਖੇਤਾਂ ਦੇ ਵਿੱਚ ਸਾਡੇ ਬਜ਼ੁਰਗ ਨਾ, ਜਿਹੜੇ ਸਾਹਮਣੇ ਖੜੇ ਬਜ਼ੁਰਗ, ਹੋਰ ਬਜ਼ੁਰਗ ਵਿੱਚ ਬੈਠੇ ਨੇ ਜਿਨ੍ਹਾਂ ਨੇ ਹਲ ਵਾਹਿਆ 13 ਸਾਲ ਦੀ ਉਮਰ ਵਿੱਚ, ਕਹਿੰਦੇ ਸਾਨੂੰ ਬਾਪੂ ਨੇ ਨਾ ਹਲ ਦਾ ਮੁੰਨਾ ਫੜਾਤਾ। ਕਈਆਂ ਦੀਆਂ ਤਾਂ ਲੱਤਾਂ ਵਿੰਗੀਆਂ ਹੋਈਆਂ। ਉਹਨਾਂ ਨੂੰ ਪਿੰਡ ਦੇ ਹੱਸਦੇ ਨੇ, ਕਹਿੰਦੇ ਤੁਹਾਡੀਆਂ ਲੱਤਾਂ ਵਿੰਗੀਆਂ ਤਾਂ ਹੋਈਆਂ, 2 ਵਜੇ ਹਲ ਜੋਤ ਲੈਂਦੇ ਸੀ, ਔਰ ਬਲਦਾਂ ਦੀਆਂ ਟੱਲੀਆਂ ਦੇ ਵਿੱਚ ਰੂੰ ਦੇ ਦੇਣੀ, ਕੱਪੜਾ ਟੱਲੀ ਖੜ ਕੇ ਨਾ, ਜੋੜੀਆਂ ਬਲਦਾਂ ਦੀਆਂ ਖੋਲਣੀਆਂ। ਰਾਤ ਨੂੰ 2 ਵਜੇ ਹਲ ਜੋਤਣਾ। ਕੱਲਾ ਕੱਲਾ ਕਦਮ ਸਾਡੇ ਪੁਰਖਿਆਂ ਨੇ ਨਾ, ਕੱਲਾ ਕੱਲਾ ਕਦਮ ਸਾਡੀਆਂ ਜ਼ਮੀਨਾਂ ਦੇ ਵਿੱਚ, ਕੱਲਾ ਕੱਲਾ ਕਦਮ ਹਲ ਵਾਹੁੰਦੇ, ਮੂਹਰੇ ਬਲਦ ਮਗਰ ਬਜ਼ੁਰਗ।
ਕੱਲਾ ਕੱਲਾ ਕਦਮ ਉਹਨਾਂ ਦੇ ਇੰਚ ਪੈਰ ਘਾਜ ਦੇ ਤਿਉੜੀਆਂ ਫੜ ਦਿੰਦੀਆਂ ਸੀ। ਅਸੀਂ ਫਿਰ ਸਵਾਣੀਆਂ ਨਾ, ਸਵਾਣੀਆਂ ਸਾਡੀਆਂ ਦਾਦੀਆਂ ਪੜਦਾਦੀਆਂ ਪ੍ਰਸ਼ਾਦਾ ਲੈ ਕੇ ਆਉਂਦੀਆਂ, ਫਿਰ ਚੱਕਰਾ, ਲੱਸੀ ਦਾ ਗਾਠਾ, ਅਚਾਰ, ਦਹੀਂ, ਜਿਹੋ ਜਿਹਾ ਮਿੱਠੀਆਂ ਰੋਟੀਆਂ, ਜਿਹੋ ਜਿਹਾ ਸਾਡਾ ਕਲਚਰ ਜੀ। ਆਓ ਸਰਦਾਰ ਜੀ ਪ੍ਰਸ਼ਾਦਾ ਛਕ ਲਓ। ਪ੍ਰਸ਼ਾਦਾ ਛਕਣਾ, ਦੋ ਪ੍ਰਸ਼ਾਦੇ ਜਾ ਕੇ ਬਲਦਾਂ ਨੂੰ ਦੇਣੇ, ਥਾਪੜਾ ਦੇਣਾ। ਪੁੱਤਾਂ ਨਾਲੋਂ ਪਿਆਰੇ ਬਲਦ ਸੀ, ਅੱਜ ਪੁੱਤਾਂ ਨਾਲੋਂ ਪਿਆਰੇ ਟਰੈਕਟਰ ਹੈ। ਉਹ ਬਜ਼ੁਰਗਾਂ ਦੇ ਘਸੇ ਹੋਏ ਪੈਰ ਅੱਜ ਕਿਤੇ ਸਾਡੀ ਨੌਜਵਾਨੀ ਮਿੱਟੀ ਚੱਕ ਕੇ ਕਿਤੇ ਨੱਕ ਨਾਲ ਸੁੰਘ ਕੇ ਦੇਖਿਓ, ਤੁਹਾਡੇ ਬਜ਼ੁਰਗਾਂ ਦੀ ਖੁਸ਼ਬੂ ਉਹਦੇ ਵਿੱਚੋਂ ਆਊਗੀ। ਉਹ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ, ਨੌਜਵਾਨੋ ਮਿੱਟੀ ਭਰ ਕੇ ਕੱਚ ਦੀ ਸੀਸੀ ਵਿੱਚ ਰੱਖ ਲਓ। ਜਦੋਂ ਤੁਹਾਡਾ ਖੂਨ ਠੰਡਾ ਹੋਵੇ, ਤੁਹਾਡੀ ਜ਼ਮੀਰ ਮਰਦੀ ਦਿਖੇ, ਤੁਹਾਡੇ ਤੇ ਕੋਈ ਇਹੋ ਜਿਹੀ ਗੱਲ ਹੋਵੇ, ਉਹ ਬਜ਼ੁਰਗਾਂ ਦੀ ਮਿੱਟੀ ਜਿਹੜੀ ਖੇਤ ਵਿੱਚੋਂ ਚੱਕੀ ਆ, ਇੱਕ ਵਾਰੀ ਦੇਖ ਲਿਓ ਜਿਵੇਂ ਸਰਦਾਰ ਊਧਮ ਸਿੰਘ ਨੇ ਦੇਖੀ ਸੀ। ਪਾਣੀ ਪਿਆ ਰਿਹਾ ਸੀ, ਯਤੀਮਖਾਨੇ ਪੜ੍ਹਦਾ ਸੀ। ਬੱਚਿਆਂ ਨੂੰ ਹੁਕਮ ਹੋਇਆ, ਬੱਚਿਓ ਤੁਸੀਂ ਅੱਜ ਜਲਿਆਂਵਾਲੇ ਬਾਗ 'ਚ ਪਾਣੀ ਪਿਆਉਣਾ। ਊਧਮ ਸਿੰਘ ਤੇ ਉਹਦਾ ਭਰਾ ਦੋਵੇਂ ਗਏ, ਪਾਣੀ ਪਿਆ ਰਹੇ ਨੇ, ਗੋਲੀ ਚੱਲ ਗਈ, ਰੰਗੀ ਗਈ ਲਾਲ ਲਹੂ ਨਾਲ ਧਰਤੀ। ਲੈ ਕੇ ਆਇਆ ਕੱਚ ਦੀ ਸੀਸੀ, ਮਿੱਟੀ ਚਾ ਕੇ ਲਾਈ ਮੱਥੇ ਨੂੰ, ਲਹੂ ਨਾਲ ਭਿੱਜੀ ਮਿੱਟੀ ਕੱਚ ਦੀ ਸੀਸੀ ਵਿੱਚ ਪਾ ਲਈ। 22 ਸਾਲ ਹੋ ਗਏ ਸੀ ਜਦੋਂ ਦੇਖਦਾ ਸੀ, ਖੂਨ ਰਗਾਂ ਵਿੱਚੋਂ ਦੌੜਦਾ ਸੀ। ਚੇਤੇ ਆਉਂਦਾ ਸੀ ਬਾਬਾ ਦੀਪ ਸਿੰਘ ਖੰਡੇ ਦੀ ਲਕੀਰ ਖਿੱਚਦੀ। ਦਿੱਲੀਏ ਅੱਜ ਅਸੀਂ ਖੰਡੇ ਦੀ ਲਕੀਰ ਖਿੱਚ ਦਿੱਤੀ ਹੈ, ਕਿਤੇ ਭੁਲੇਖਾ ਨਾ ਖਾ ਜੀ, ਕਿਤੇ ਤੈਨੂੰ ਇਹ ਹੋਵੇ। ਮੈਂ ਸੋਚਦਾ ਕਿਸਾਨ ਏਕਾ ਕਰਨ, ਜੇ ਇਹ ਕੁਛ ਵੀ ਕਰਦੇ ਆ ਤਾਂ ਆਪਣੀ ਆਈ ਤੇ ਆ ਜਾਓ ਕਿਸਾਨੋ, ਆਪਣੀਆਂ ਫਸਲਾਂ ਨਾ ਵੇਚੋ, ਆਪਣੀਆਂ ਮਿਰਚਾਂ, ਹਲਦੀ, ਜੋ ਖੇਤ 'ਚ ਕਪਾਹ, ਆਪਣੇ ਕੱਪੜੇ ਬੁਣ ਕੇ ਆਪ ਪਾਉਣੇ ਮਨਜ਼ੂਰ। ਸਾਨੂੰ ਇੱਕ ਨਮਕ ਮੁੱਲ ਲੈਣਾ ਪਊ, ਬਾਕੀ ਸਾਡੇ ਖੇਤਾਂ 'ਚ ਸਭ ਕੁਝ ਸਾਰਾ ਹੁੰਦਾ ਹੈ। ਜਿਵੇਂ ਕੀਤਾ ਸੀ ਨਾ ਬਾਈਕਾਟ ਗੋਰਿਆਂ ਦਾ, ਜਿਹੜੇ ਕਾਲੇ ਗੋਰੇ ਨੇ ਉਹ ਇੰਨੇ ਖਤਰਨਾਕ ਨਹੀਂ ਸੀ। ਇਹ ਜਿਹੜੇ ਕਾਲੇ ਨੇ ਨਾ, ਕਾਲੇ ਗੋਰੇ, ਇਹ ਉਦੋਂ ਖਤਰਨਾਕ ਨੇ। ਮੈਂ ਕਿਸਾਨਾਂ ਨੂੰ ਬੇਨਤੀ ਕਰਦਾ, ਬਿਜਲੀ ਬਿੱਲ ਬੰਦ ਕਰ ਦੇਣੇ ਨੇ, ਬਿਜਲੀ ਬਿੱਲ ਬੰਦ ਕਰ ਦੇਣੇ ਨੇ, ਸਭ ਬਾਈਕਾਟ ਕਰ ਦੇਣਾ, ਮੰਡੀਆਂ ਦਾ ਬਾਈਕਾਟ। ਆਪਣੇ ਜੋਗੀ ਕਰਾਂਗੇ, ਕਮਾਵਾਂਗੇ, ਖਾਵਾਂਗੇ। ਇਹਨਾਂ ਦੇ ਟੈਕਸ ਵੀ ਅਸੀਂ ਬੰਦ ਕਰ ਦੇਣੇ ਨੇ। ਕਿੱਥੇ ਤੱਕ ਦਿੱਲੀ ਭੱਜ ਲੂ? ਭੱਜਿਆਂ ਨੂੰ ਮੈਦਾਨ ਇੱਕੋ ਜਿਹੇ ਹੁੰਦੇ ਨੇ। ਸਰਦਾਰਾਂ ਨੇ ਭੱਜਣ ਨਹੀਂ, ਭੱਜੇ ਤੇ ਬਾਹਰ ਨਹੀਂ ਕੀਤਾ ਤੇ ਭੱਜਣ ਵੀ ਨਹੀਂ ਦਿੱਤਾ ਕਿਸੇ ਨੂੰ। ਇਹ ਅੱਜ ਜਾਗ ਜਾਣ, ਕੱਲ ਜਾਗ ਜਾਣ, ਪਰ ਉਦੋਂ ਪਹਿਲਾਂ ਸਾਡੀਆਂ ਜਥੇਬੰਦੀਆਂ, ਸਾਡੇ ਨਗਰ, ਸਾਡੇ ਕਿਸਾਨ ਭਰਾ ਜਾਗ ਜਾਣ, ਏਕਾ ਕਰਨ, ਪਿਆਰ ਕਰਨ ਆਪਸ ਵਿੱਚ, ਔਰ ਇਸ ਸੰਘਰਸ਼ ਨੂੰ ਹੋਰ ਬੁਲੰਦੀਆਂ ਦੇ ਉੱਤੇ ਪਹੁੰਚਾਉਣ। ਮਿੱਟੀ ਪਾਈ, ਖੂਨ ਰੰਗੀ ਊਧਮ ਸਿੰਘ ਨੇ ਜਲਿਆਂਵਾਲੇ ਬਾਗ 'ਚੋਂ। ਜਦੋਂ ਖੂਨ ਠੰਡਾ ਹੁੰਦਾ ਸੀ ਵਿਦੇਸ਼ਾਂ ਦੀਆਂ ਧਰਤੀਆਂ ਤੇ, ਇੱਕ ਵਾਰੀ ਖੂਨ ਦੇਖਦਾ ਸੀ, ਖੂਨ ਖੌਲਦਾ ਸੀ, ਉਹਨੂੰ ਉੱਥੇ ਤੱਕ ਲੈ ਗਿਆ ਜਿੱਥੇ ਜਨਰਲ ਡਾਇਰ ਬੈਠਾ ਸੀ। ਵਿਦੇਸ਼ਾਂ ਦੀਆਂ ਧਰਤੀਆਂ ਤੱਕ ਮਾਰ ਕਰ ਦਿੱਤੀ। ਸਾਡੇ ਖੂਨ ਨੇ, ਸਾਡੇ ਖੂਨ 'ਚ ਉਹੀ ਅਣਖ ਹੈ, ਉਹੀ ਜਜ਼ਬਾ ਹੈ, ਉਹੀ ਜਜ਼ਬਾਤ ਨੇ, ਉਹੀ ਧਰਮੀ ਨੇ। ਉਹ ਸਾਡੇ ਬਜ਼ੁਰਗਾਂ ਦੇ ਖੇਤ ਜਿਹੜੇ ਵਿਰਾਸਤ ਵਿੱਚ ਮਿਲੇ ਸਾਨੂੰ, ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਸੂ ਨਾ ਮੋਲ, ਭਰੇ ਭੰਡਾਰ ਅਖੁੱਟ ਤੋਲ। ਖਾਵੋ ਪੀਵੋ ਰਲ ਮਿਲ ਭਾਈ, ਟੋਟ ਨਾ ਆਵੇ ਵਾਧੂ ਜਾਈ। ਇਹ ਸੰਘਰਸ਼ ਨੂੰ ਅਸੀਂ ਬੁਲੰਦੀਆਂ ਤੇ ਲੈ ਜਾਣਾ, ਕਿਸੇ ਵੀ ਕੀਮਤ ਵਿੱਚ। ਆਪਣੇ ਖੇਤ ਨਹੀਂ ਛੱਡਣੇ, ਸੂਰਾ ਸੋ ਪਹਿਚਾਨੀਏ, ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰੇ, ਕਬੂ ਨਾ ਸਾਡੇ ਖੇਤ। ਇਹ ਅਣਖੀ ਨੇ, ਯੋਧੇ ਨੇ, ਇਹਨਾਂ ਨੂੰ ਯੂਪੀ ਤੇ ਬਿਹਾਰ ਵਾਲੇ ਹੋਰ ਨਾ ਸਮਝਿਆ ਜਾਵੇ। ਇਹ ਉਹ ਸਰਦਾਰ ਨੇ ਜਿਨ੍ਹਾਂ ਦੇ ਸਿਰਾਂ ਤੇ ਤਾਜ ਸਜਾਏ ਨੇ 10ਵੇਂ ਪਾਤਸ਼ਾਹ ਨੇ। ਇਹ ਤਾਂ ਆਪਣੇ ਵਾਸਤੇ ਨਹੀਂ, ਦੂਸਰਿਆਂ ਵਾਸਤੇ ਕੁਰਬਾਨੀ ਕਰ ਦਿੰਦੇ ਨੇ। ਹੁਣ ਤਾਂ ਗੱਲ ਆਪਣੀ ਆ, ਇਹ ਤਾਂ ਦੂਸਰਿਆਂ ਵਾਸਤੇ ਸੀਸ ਦੇ ਦਿੰਦੇ ਆ, ਦੂਸਰਿਆਂ ਵਾਸਤੇ ਕੁਰਬਾਨੀ ਕਰ ਦਿੰਦੇ ਆ। ਜ਼ਾਲਮ ਤੇ ਜ਼ੁਲਮ ਦੀ ਜੜ ਪੱਟ ਦਿੰਦੇ ਆ। ਕਿਸੇ ਨੂੰ ਕੋਈ ਕਹਿੰਦਾ ਸਿੱਖ ਨਹੀਂ ਸਹਾਰਦਾ। ਹੁਣ ਤਾਂ ਗੱਲ ਸਾਡੀ ਆਪਣੀ ਆ,
ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਇਹਨਾਂ ਨੂੰ, ਸਾਡੇ ਵਾਲਿਆਂ ਨੂੰ ਵੀ। ਜਿਹੜੇ ਸਾਡੇ ਵਾਲੇ ਨਾ ਦੋ ਮੂੰਹੇ ਸੱਪ ਇੱਧਰ ਰੈਲੀਆਂ ਕਰਦੇ ਫਿਰਦੇ ਨੇ, ਮਤਲਬ ਆਪਣੀ ਪ੍ਰਦਰਸ਼ਨੀ ਦਿਖਾ ਰਹੇ ਨੇ, ਵੋਟਾਂ ਪੱਕੀਆਂ ਕਰਦੇ ਨੇ ਵੀ ਉਹ ਇੰਨੇ ਕਾਮਲੇ ਨਹੀਂ ਹੈਗੇ ਜੱਟ ਜਿੰਨੇ ਤੁਸੀਂ ਸਮਝਦੇ ਹੋ। ਦੋ ਮੂੰਹੇ ਸੱਪ ਆ ਜਿੰਨੀਆਂ ਰਾਜਨੀਤਿਕ ਪਾਰਟੀਆਂ ਇਹ ਕਾਮਲਾ ਇੱਧਰ ਬਣਾਈ ਜਾਂਦੀਆਂ ਨੇ ਪੰਜਾਬ ਵਿੱਚ ਜੱਟਾਂ ਨੂੰ, ਤੇ ਉਧਰ ਸੈਂਟਰ ਨੂੰ ਵੀ ਖੁਸ਼ ਕਰੀ ਜਾਂਦੀ। ਕੋਈ ਕਹਿੰਦਾ ਅਸੀਂ ਅਸਤੀਫਾ ਦੇਤਾ, ਕੋਈ ਇਹ ਸਭ ਡਰਾਮੇਬਾਜ਼ੀ ਹੈ। ਵਿੱਚੇ ਕੈਪਟਨ ਦੀ, ਵਿੱਚੇ ਆਮ ਪਾਰਟੀ, ਵਿੱਚੇ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸੇ ਤੇ ਭਰੋਸਾ ਨਾ ਕਰਨ। ਕਿਸਾਨ ਔਰ ਕਿਸਾਨ ਬੰਦੀਆਂ ਆਪਸ ਵਿੱਚ ਲੰਮਦੀ ਕਾ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਨਾ ਰਾਜਨੀਤਿਕ ਪਾਰਟੀ, ਇੱਕ ਇਹ ਮੈਦਾਨ 'ਚ ਉਤਰੀ ਹੈ, ਬਿਲਕੁਲ ਸਹੀ ਹੈ। ਕੋਈ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੇਂਦਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਦੀਆਂ ਨੇ, ਪਰ ਪਹਿਲ ਕਿਉਂ ਨਹੀਂ ਕੀਤੀ ਜਾ ਰਹੀ? ਕਿਉਂਕਿ ਏਕੇ ਦੀ ਗੱਲ ਕੀਤੀ ਜਾਂਦੀ ਹੈ, ਪਰ ਕਿਸੇ ਵੀ ਕਿਸਾਨ ਜਥੇਬੰਦੀ ਵੱਲੋਂ ਜਿਹੜੀ ਉਹ ਪਹਿਲ ਨਹੀਂ ਕੀਤੀ ਜਾ ਰਹੀ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ। ਹਾਂ, ਮੈਂ ਦੱਸਦਾ, ਜਦੋਂ ਨਾ ਬਾਕਸਿੰਗ ਸਟੇਜ ਦੇ ਵਿੱਚ ਦੋ ਯੋਧੇ ਆ ਜਾਂਦੇ ਆ, ਜਦੋਂ ਇੱਕ ਦੋ ਨੱਕ ਤੇ ਪੈਂਦੀਆਂ ਨੇ ਨਾ, ਫਿਰ ਖੂਨ ਖੋਲਦਾ, ਫਿਰ ਕਹਿੰਦਾ ਨਾ ਜਬੇ ਬਾਣ ਲਾਗਿਓ ਤਬੇ ਰੋ ਜਾਗੇ। ਇਹ ਇਕੱਠੇ ਹੋ ਜਾਣਗੇ, ਪਰ ਇਹ ਜੇ ਚਾਹੁੰਦੇ ਆ ਵੀ ਕੋਈ ਬਾਕਸਿੰਗ ਮਾਰੇ, ਜਦੋਂ ਸੈਂਟਰ ਨੇ ਥੋੜੀ ਨੀਤੀ ਅਪਣਾਈ, ਕੁਛ ਕੀਤਾ, ਫਿਰ ਇਹ ਇਕੱਠੇ ਹੋਣਗੇ। ਮਤਲਬ ਜਦੋਂ ਸਿਰ 'ਚ ਪੈਂਦੀਆਂ ਨਾ, ਉਦੋਂ ਪਤਾ ਲੱਗਦਾ ਕਿ ਯਾਰ ਹੁਣ ਇਕੱਠੇ ਹੋ ਜਾਈਏ ਤਾਂ ਠੀਕ ਆ। ਜੁੱਤੀਆਂ ਖਾ ਕੇ ਇਕੱਠੇ ਹੋਣਾ ਉਹ ਗੱਲ ਹੈ, ਜੇ ਪਿਆਰ ਨਾਲ ਹੋਣਾ ਉਹ ਗੱਲ ਹੈ। ਪਤਾ ਕੀ ਹੈ, ਇੱਕ ਹੋਰ ਵੱਡੀ ਗੱਲ ਹੈ, ਆਪਣੀ ਆਪਣੀ ਹਉਮੈ ਵੱਡੀ ਵੱਡੀ ਹੁੰਦੀ ਹੈ। ਮੈਂ ਸੋਚਦਾ ਜੇ ਕਿਤੇ ਇਹ ਚੱਲ ਜੇ ਸਾਰੇ ਇਕੱਠੇ ਹੋ ਜਾਣ, ਉਹ ਕਹਿੰਦਾ ਮੇਰੀ ਜਥੇਬੰਦੀ ਵੱਡੀ ਆ, ਉਹ ਕਹਿੰਦਾ ਅਸੀਂ ਬੜਾ ਕੁਛ ਕਰ ਰਹੇ ਹਾਂ, ਉਹ ਕਹਿੰਦਾ ਅਸੀਂ ਬੜਾ ਕਾਰ, ਅਸੀਂ ਕਾਹਦੇ ਵਾਸਤੇ ਰਹੇ ਹਾਂ? ਸਾਰਾ ਪੰਜਾਬ ਵਾਸਤੇ। ਫਿਰ ਕਿਉਂ ਨਹੀਂ ਲਾਮਬੰਦ ਹੁੰਦੇ? ਬਿਲਕੁਲ ਚੈਨਲ ਵਾਲੇ ਸਹੀ ਕਹਿ ਰਹੇ ਨੇ, ਇਹ ਸਾਨੂੰ ਮਿਹਣਾ ਮਾਰ ਰਹੇ ਨੇ। ਇੱਕ ਚੈਨਲ ਦੀ ਸਵਾਲ ਨਹੀਂ ਹੈਗਾ, ਕਿਸਾਨ ਇੱਕ ਨਿੱਕੀ ਮੀਡੀਆ ਦੀ ਬੱਚੀ ਨੇ ਇੱਕ ਐਡਾ ਵੱਡਾ ਸਵਾਲ ਕੀਤਾ, ਤੁਸੀਂ ਇਕੱਠੇ ਕਿ ਨਹੀਂ ਉੱਤੇ? ਜੁੱਤੀਆਂ ਖਾ ਕੇ ਹੋਣਾ। ਮੈਂ ਹੁਣ ਉਹਦਾ ਜਵਾਬ ਦੇ ਰਿਹਾ, ਜੇ ਤਾਂ ਜੁੱਤੀਆਂ ਖਾ ਕੇ ਹੋਣਾ, ਜੁੱਤੀਆਂ ਘੱਟ ਖਾ ਕੇ ਵੱਧ ਖਾ ਕੇ ਇਕੱਠੇ ਹੋਏ ਕੀ ਹੋਏ? ਜੇ ਇੱਜ਼ਤ ਨਾਲ ਹੋ ਗਏ, ਆ ਮੀਡੀਆ ਦਾ ਸਵਾਲ ਦਾ ਇੱਕ ਬਹੁਤ ਵਧੀਆ ਸੁਨੇਹਾ ਜਾਣਾ। ਔਰ ਬਿਲਕੁਲ ਸਹੀ ਕਹਿੰਦੇ ਨੇ ਮੀਡੀਆ ਵਾਲੇ, ਦਿੱਲੀ ਹਿੱਲ ਜਾਣੀ ਆ ਜੇ ਸਾਡਾ ਏਕਾ ਹੋ ਜੇ। ਮੈਂ ਤੁਹਾਡੇ ਜਿਹੜੀ ਹੈ ਇਹ ਜਿਹੜਾ ਸਵਾਲ ਕੀਤਾ ਉਹ ਜਿਹੜਾ ਇੱਕ ਹੋਰ ਇੱਥੇ ਧਰਨਾ ਲਗਾਇਆ ਹੋਇਆ ਹੈ ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੇਕਰ ਜਿਹੜੀ ਆਵਾਜਾਈ ਹੈ ਪੰਜਾਬ ਤੋਂ ਬਾਹਰ ਦੀ ਆਵਾਜਾਈ ਰੋਕ ਦਿੱਤੀ ਜਾਵੇ, ਯਾਨੀ ਕਿ ਅਗਰ ਬਾਹਰ ਵਾਲੇ ਲੋਕਾਂ ਨੂੰ ਇੱਧਰ ਆਉਣ ਤੋਂ ਰੋਕਿਆ ਜਾਵੇ ਤੇ ਇੱਥੋਂ ਦੀ ਜਿਹੜੀ ਆਵਾਜਾਈ ਹੈ ਬਾਹਰ ਜਾਣ ਤੋਂ ਰੋਕੀ ਜਾਵੇ, ਤਾਂ ਜਿਹੜਾ ਕੇਂਦਰ ਦੀਆਂ ਜਿਹੜੀਆਂ ਜੜ੍ਹਾਂ ਹਿੱਲ ਜਾਣਗੀਆਂ। ਤੇ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਆਵਾਜਾਈ ਬਿਲਕੁਲ ਹੋ ਰਹੀ ਹੈ, ਸੋ ਇਸ ਦਾ ਕਿਵੇਂ ਅਸਰ ਹੋਵੇਗਾ ਕੇਂਦਰ ਸਰਕਾਰ ਤੇ ਜਿਹੜਾ ਤੁਸੀਂ ਇਹ ਧਰਨਾ? ਬਿਲਕੁਲ ਪਤਾ ਕੀ ਹੈ, ਕਹਿੰਦੇ ਮਕਾਨ ਦੀ ਪਹਿਲਾਂ ਨੀਂਹ ਰੱਖੀ ਜਾਂਦੀ ਹੈ, ਨੀਂਹ ਰੱਖੀ ਜਾਂਦੀ ਹੈ ਤੇ ਫਿਰ ਕੰਧਾਂ ਉਸਰਦੀਆਂ, ਫਿਰ ਪਹਿਲੀ ਮੰਜ਼ਿਲ ਬਣਦੀ ਹੈ, ਫਿਰ ਅਪ ਸਟੇਅਰ, ਫਿਰ 2 ਸੈਕਿੰਡ। ਕੱਲ ਪਰਸੋਂ ਦਾ ਇੱਥੇ ਆ ਕੇ ਜੇ ਇੱਟਾਂ ਰੱਖੀਆਂ ਨੇ, ਇੱਟਾਂ ਆਹ ਨਗਰਾਂ ਦੇ ਵਿੱਚ ਗ੍ਰੰਥੀ ਸਾਹਿਬਾਨਾਂ ਨੂੰ ਸੁਨੇਹੇ ਜਾਣੇ ਨੇ, ਸਾਡੀਆਂ ਮਾਵਾਂ ਭੈਣਾਂ ਬੱਚੀਆਂ ਨੂੰ ਸੁਨੇਹੇ ਜਾਣੇ ਨੇ। ਜਦੋਂ ਉਹ ਮਾਤਾ ਭਾਗੋ ਬਣ ਕੇ ਇਹ ਮੈਦਾਨ ਵਿੱਚ ਉਤਰੇ ਆਏ, ਇੱਕ ਦਿਨ ਇਹ ਵੀ ਬੰਦ ਹੋ ਜਾਣਾ। ਅਜੇ ਤਾਂ ਦਿਨੀ 2 ਹੋਏ ਨੇ, ਦਿਨੀ 2 ਹੋਏ ਨੇ, ਇਹ ਤਾਂ ਇੱਟ ਰੱਖੀ ਆ, ਅਜੇ ਇੱਕ ਇੱਟ ਰੱਖੀ ਆ ਨਿਓ, ਅਜੇ ਤਾਂ ਪਹਿਲੀ ਮੰਜ਼ਿਲ, ਦੂਸਰੀ ਮੰਜ਼ਿਲ, ਫਿਰ ਅਪ ਸਟੇਅਰ ਹੋਣਾ। ਫਿਕਰ ਨਾ ਕਰੋ, ਇਹ ਵੀ ਮੀਡੀਆ ਸੁਨੇਹਾ ਲਾ ਦੇਵੇ ਕਿ ਟ੍ਰੈਫਿਕਾਂ ਵੀ ਬੰਦ ਹੋ ਜਾਣੀਆਂ। ਇਹ ਜਿਹੜੇ ਟੂਲ ਟੈਕਸ ਹੈ ਨਾ, ਇਹ ਵੀ ਬੰਦ ਹੋ ਜਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਜੀ, ਮੰਗ ਇੱਕੋ ਹੈ ਸਾਰਿਆਂ ਦੀ, ਸਾਰੇ ਪੰਜਾਬ ਵਾਸੀਆਂ ਦੀ, ਚਾਹੇ ਕਿਸਾਨ ਜਥੇਬੰਦੀਆਂ ਦੀ, ਸਾਰਿਆਂ ਦੀ ਮੰਗ ਇੱਕੋ ਹੈ ਕਿ ਖੇਤੀ ਬਿੱਲ ਜਿਹੜੇ ਰੱਦ ਕੀਤੇ ਜਾਣ, ਵਾਪਸ ਲਏ ਜਾਣ। ਪਰ ਇੱਥੇ ਹੈਰਾਨੀ ਦੀ ਗੱਲ ਇਹ ਦੇਖਣ ਨੂੰ ਆਈ ਹੈ ਕਿ ਥੋੜੀ ਜਿਹੀ ਅੱਗੇ ਹੀ ਇਹੀ ਮੁੱਦੇ ਤੇ ਅਲੱਗ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਨਹੀਂ, ਪਤਾ ਕੀ ਹੈ, ਜਿਹੜੇ ਸ਼ੇਰ ਹੁੰਦੇ ਆ ਨਾ ਜੰਗਲ ਦੇ ਵਿੱਚ, ਤੁਸੀਂ ਕਦੇ ਡਿਸਕਵਰੀ ਤੇ ਦੇਖੇ, ਕਈ 2-2 ਜੋਟੇ ਵੀ ਹੁੰਦੇ ਆ। ਸਾਡੀਆਂ ਰਿਆਸਤਾਂ ਵੀ ਰਹੀਆਂ ਨੇ, ਉਹ ਸਾਡੇ ਸਤਿਗੁਰਾਂ ਦਾ ਫਰਮਾਨ ਵੀ ਇਹੀ ਆ
ਕਹਿੰਦੇ ਇੱਕ ਜਗ੍ਹਾ ਚੱਕਣਾ, ਇੱਕ ਜਗ੍ਹਾ ਰੱਖਣਾ, ਰਸਤੇ ਵਿੱਚ ਇੱਕ ਤੋਂ ਧੱਕਾ ਮੁੱਕੀ ਵੀ ਹੋ ਜਾਣਾ ਸਾਡੀ ਫਿਤਰਤ ਹੈ ਅਸੀਂ ਇੱਕ ਹੀ ਆ, ਕੋਈ ਸਾਂਝ ਇੱਕੋ ਹੀ ਆ। ਇਹ ਕੋਈ ਗੱਲ ਨਹੀਂ, ਇਹ ਨਹੀਂ ਪਤਾ ਜਾ ਕੇ ਉੱਥੇ ਹੀ ਬੈਠ ਜਾਈਏ, ਇੱਥੇ ਬੈਠੇ ਵੀ ਇੱਕ ਹੈ, ਦੂਰ ਰਹੇ ਕਈਆਂ ਦੇ ਨਾ, ਦੂਰ ਬੈਠੇ ਹੋਏ ਵੀ ਦਿਲਾਂ ਵਿੱਚ ਦੂਰੀਆਂ ਹੁੰਦੀਆਂ, ਕਈ ਨੇੜੇ ਬੈਠੇ ਵੀ ਦਿਲਾਂ ਦੀ ਨੇੜ ਹੁੰਦੀ ਨੇ। ਗੱਲ ਇੱਕੋ ਹੈ, ਬਹੁਤੀਆਂ ਫਰਕ ਨਹੀਂ ਹੈਗੇ ਸਭ ਠੀਕ ਹੀ ਹੈ, ਗੱਲਾਂ ਤਾਂ ਅੰਦਰੋਂ ਤਾਂ ਇੱਕੋ ਹੀ ਨੇ ਸਾਰੀਆਂ। ਹੋ ਸਕਦਾ ਹੈ ਕਿ ਮੀਡੀਆ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਚੱਕਣ ਲੱਗ ਗਿਆ ਕਿ ਅਸੀਂ ਇੱਕ ਵੀ ਹਾਂ ਤੇ ਹੋ ਨਹੀਂ ਸਕਦੇ ਹਾਂ। ਅੱਜ ਵੀ ਕੋਈ ਪਿਆਰ ਨਾਲ ਅੱਜ ਤਾਂ ਦੋਵੇਂ ਹੱਥ ਲਾ ਲੈਂਦੇ ਹੁੰਦੇ ਆ, ਗੱਲ ਨਾਲ ਲਾ ਲੈਂਦੇ ਹੁੰਦੇ ਆ, ਇਹ ਵੀ ਇਹਦੇ ਨਾਲ ਇੱਕ ਹੈ ਕਿ ਕੋਈ ਵੀ ਪਹਿਲਾ ਕਦਮ ਪੁੱਟ ਲਓ, ਇੱਕ ਵੀ ਹੋ ਸਕਦਾ ਹੈ, ਐਸੀ ਕੋਈ ਗੱਲ ਨਹੀਂ, ਅੰਦਰੋਂ ਕੋਈ ਫਰਕ ਨਹੀਂ ਹੈਗਾ, ਅੰਦਰੋਂ ਕੋਈ ਫਰਕ। ਰਾਹੁਲ ਗਾਂਧੀ ਜੀ ਵੱਲੋਂ ਪੰਜਾਬ ਦੇ ਵਿੱਚ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ, ਪਰ ਲੋਕ ਕਹਿੰਦੇ ਨੇ ਕਿ ਤੁਸੀਂ ਦਿੱਲੀ ਤੋਂ ਆ ਕੇ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਹੋ, ਤੁਸੀਂ ਦਿੱਲੀ ਦੇ ਵਿੱਚ ਹੀ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੀ ਕੋਠੀਆਂ ਦਾ ਘਿਰਾਓ ਕਿਉਂ ਨਹੀਂ ਕਰ ਰਹੇ? ਪਤਾ ਕੀ ਹੈ, ਉਹਨਾਂ ਨੇ ਕਾਫੀ ਸਮੇਂ ਤੋਂ ਸਾਨੂੰ ਦੇਖਿਆ ਵੀ ਇਹ ਅਸੀਂ ਇੱਕ ਤੇ ਤਵਾਰ ਕਰਦੇ ਰਹੇ, ਉਹ ਡੰਗ ਮਾਰਦੇ ਰਹੇ, ਅਸੀਂ ਤਵਾਰ ਕਰਦੇ ਰਹੇ, ਪਰ ਉਹਨਾਂ ਨੇ ਸਮਝ ਲਿਆ ਕਿ ਕਮਰੇ ਆ, ਪਰ ਨਹੀਂ, ਹੁਣ ਸਿਆਣੇ ਹੋ ਗਏ ਲੋਕ। ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਾਰੇ ਕਹਿ ਰਹੇ ਨੇ, ਤੈਨੂੰ ਇੰਨੀ ਦੂਰ ਆਉਣ ਦੀ ਕੀ ਲੋੜ ਸੀ, ਪਰ ਰਾਜਨੀਤਿਕ ਪਾਰਟੀਆਂ ਅੰਦਰੋਂ ਉਧਰ ਇੱਕ ਨੇ, ਕਨੈਕਸ਼ਨ ਉੱਥੇ ਹੀ ਨੇ। ਇਹਨਾਂ ਦੇ ਮਕਸਦ ਨੇ ਦੋ, ਇੱਕ ਤਾਂ ਰੈਲੀਆਂ ਕਰਕੇ ਆਪਣੀ ਸ਼ਕਤੀ ਤੋਂ ਦੂਜੀ ਪਾਰਟੀ ਨੂੰ ਹਉਮੈ ਦਿਖਾ ਰਹੀਆਂ, ਜੇ ਤੁਸੀਂ ਕਰਤੀ ਨਾ ਅਸੀਂ ਵੀ ਕਰ ਰਹੇ ਹਾਂ, ਪਰ ਪਤਾ ਕੀ ਹੈ, ਮੁੱਦਾ ਰੱਖਣਾ ਕਿਸਾਨ ਦਾ, ਭੁਲੇਖਾ ਪਾਉਣ ਵਾਸਤੇ ਆਪਣੀਆਂ ਕਰ ਰਹੇ ਨੇ ਵੋਟਾਂ ਪੱਕੀਆਂ, ਉਧਰੋਂ ਸੈਂਟਰ ਨੂੰ ਵੀ ਸਾਰਾ ਹੈ, ਸੈਂਟਰ ਮਾਰਦੇ ਤੇ ਜੁੱਤੀਆਂ ਕਿਉਂ, ਇਹ ਜੁੱਤੀਆਂ ਖਾਣ ਦੇ ਲਾਇਕ ਨਹੀਂ। ਇਹ ਕਹਿੰਦੇ ਤੁਸੀਂ ਕਰੋ ਪ੍ਰਦਰਸ਼ਨੀਆਂ, ਜੱਟਾਂ ਦੇ ਮੁੰਡਿਆਂ ਨੂੰ ਰੈਲੀਆਂ ਵਿੱਚ ਦਾਖਲ ਕਰੋ, ਜਿਨ੍ਹਾਂ ਦੇ ਵਿੱਚ ਅਣਖਾ ਨਹੀਂ ਹੈ ਉਹ ਫਿਰ ਜਾਂਦੇ ਨੇ ਇਹਨਾਂ ਦੀਆਂ ਰੈਲੀਆਂ ਵਿੱਚ। ਮੈਂ ਤੁਹਾਨੂੰ ਦੱਸਦਾ, ਆ ਜਿਹੜੀ ਹੋਈ ਸੀ ਨਾ ਅਕਾਲੀਆਂ ਦੀ ਰੈਲੀ, ਇਹਦੇ ਵਿੱਚ ਜਿਹੜੇ ਉਹ ਬੱਸ ਲੈ ਕੇ ਖੜੇ ਹੁੰਦੇ ਆ ਵਿਚਾਰੇ ਟਾਸਕ ਫੋਰਸ ਵਾਲੇ, ਉਹ ਕਾਲਜਾਂ ਦੇ ਮਾਸਟਰ, ਕਾਲਜਾਂ ਦੇ ਸਟੂਡੈਂਟ, ਦੇਖ ਵਰਤਾਉਣ ਵਾਲੇ ਵਿਚਾਰੇ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਇੱਧਰੋਂ ਉੱਧਰੋਂ ਕਿਰਾਏ ਤੇ, ਜਿਨ੍ਹਾਂ ਦੀਆਂ ਜ਼ਮੀਰਾਂ ਉੱਕੀ ਦੇ ਚਮਚੇ ਤੇ ਵਿਕ ਜਾਂਦੀਆਂ, ਸ਼ਰਾਬ ਦੇ ਪਊਆ, ਸ਼ਰਾਬ ਦਾ ਪਊਆ ਨਾ ਗੰਦ 'ਚ ਲਵੇੜ ਕੇ ਖੂਹ 'ਚ ਸਿੱਟ ਦਿਓ, ਇਹੋ ਜਿਹੇ ਲੋਕ ਨੇ ਖੂਹ 'ਚ ਛਾਲ ਮਾਰਨਗੇ। ਉਹੋ ਜਿਹੇ ਬੇਜ਼ਮੀਨ ਹੈ ਜਿੰਨੇ ਉੱਥੇ ਕੁਆਂਟੀਟੀ ਦੀ ਲੋੜ ਨਹੀਂ, ਕੁਆਲਿਟੀ ਦੀ ਲੋੜ ਆ। ਜਿੰਨੀਆਂ ਮਰਜ਼ੀ ਰੈਲੀਆਂ ਕੱਢ ਲੈਣ, ਆ ਕੇ ਕਿਸਾਨ ਦੇ ਹੱਕ 'ਚ ਬਹਿ ਜਾਣ, ਇੱਥੇ ਬਹਿ ਜਾਣ। ਕਿਉਂ ਨਹੀਂ ਉਹ ਦੇਖੋ ਅਲੱਗ-ਅਲੱਗ ਪ੍ਰਦਰਸ਼ਨੀਆਂ ਕਰਦੇ ਨੇ, ਉਹ ਕਾਨੂੰਨ ਦੇ ਬਾਹਰ ਕਿਉਂ ਨਹੀਂ ਬਿਠਾਉਂਦੇ ਵਿੱਚ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਬਹਿੰਦੇ? ਕਾਨੂੰਨੀ ਬਾਹਰ ਬਿਠਾਉਣ, ਆਪਣੇ ਪੰਜਾਬ ਦੇ ਹੱਕਾਂ ਬਾਰੇ, ਆਪਣੇ ਫਰਜ਼ ਤੇ ਧਰਮ ਵਸਾਨਣ, ਜੇ ਧਰਮ ਤੇ ਫਰਜ਼ ਵਸਾਨਣ, ਜੇ ਉਹ ਧਰਮ ਤੇ ਫਰਜ਼ ਵਸਾਨਣਗੇ ਨਾ, ਆ ਜੱਟਾਂ ਨੇ ਉਹਨਾਂ ਨੂੰ ਵਸਾਨ ਲੈਣਾ ਚੰਗੇ ਹੁਣ। ਜੇ ਇਹ ਰੈਲੀਆਂ ਕਰਦੇ ਨਾ, ਦੋ ਮੂਹੇ ਸੱਪ ਬਿਲਕੁਲ ਸਾਫ਼ ਨਜ਼ਰ ਆ ਰਹੇ, ਮਗਰ ਬਸ ਹੰਝੂ ਬਹਾਉਂਦਾ ਨੇ, ਉਹਦੇ ਤਰਸ ਨਹੀਂ ਕੀਤਾ, ਤਰਸ ਨਹੀਂ ਕੀਤਾ ਕਰਦਾ। ਹੰਝੂ ਉਹਦੇ ਲੱਗ ਹੁੰਦੇ ਆ, ਜਦੋਂ ਝੱਪ ਮਾਰਦਾ ਉਦੋਂ ਪਤਾ ਲੱਗਦਾ ਇਹਨਾਂ ਦੀ ਜਿਹੜੀਆਂ ਜੜ੍ਹਾਂ ਨੇ ਨਾ ਉਹ ਸੈਂਟਰ ਦੀ ਨਿਕਲੀ, ਜਿਵੇਂ ਉਹ ਨਚਾਉਂਦੇ ਨੇ ਲੱਕੜ ਦੀ ਗੁੱਡੀ ਨੂੰ, ਜਿਵੇਂ ਨਚਾਉਂਦੇ ਨੇ ਉਹ ਨੱਚਦੀਆਂ ਨੇ। ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਆਪਣਾ ਧਰਮ ਨਹੀਂ, ਧਰਮ ਤੇ ਨਹੀਂ ਖੜੇ ਜਾਂਦਾ, ਧਰਮ ਤੇ ਧਰਮੀ ਲੋਕ ਖੜੇ ਜਾਂਦੇ, ਆਪਣਾ ਫਰਜ਼ ਹੀ ਵਸਾਨ ਲਵੇ ਕਿ ਰਾਜਨੀਤਿਕ ਪਾਰਟੀਆਂ ਇੱਕ ਵਸਾਨ ਲਵੇ, ਕੋਈ ਇੱਕੇ, ਉਹ ਵੀ ਚੰਗਾ। ਇੱਕ ਦੂਜੇ ਦੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਚਾਹੁੰਦੇ ਨੇ, ਪਰ ਕਿਸਾਨ, ਮਜ਼ਦੂਰ, ਬਾਕੀ ਸਾਰੇ ਇਹਨਾਂ ਤੋਂ ਸਿਆਣੇ ਬਿਲਕੁਲ ਸਹੀ ਹੈ, ਇਹਨਾਂ ਨੂੰ ਕਰਨਾ ਨਹੀਂ ਚਾਹੀਦਾ, ਪਰ ਉਹਨਾਂ ਦੀ ਜ਼ਮੀਰ ਉਹਨਾਂ ਤੋਂ ਕਰਾ ਰਹੇ। ਗੱਲ ਕੀਤੀ ਜਾਵੇ ਰਾਜਨੀਤਿਕ ਪਾਰਟੀਆਂ ਦੀ, ਕਿਸਾਨਾਂ ਦਾ ਜਿਹੜੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਨੇ ਭਰੋਸਾ ਦਿਵਾਇਆ ਸੀ ਬਿਜਲੀ ਪੱਤਰ ਤੇ ਤੁਸੀਂ ਲੜਾਈ ਕਰੋ, ਕਾਨੂੰਨੀ ਪੱਤਰ ਅਸੀਂ ਕਾਨੂੰਨੀ ਪੱਤਰ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋਣ। ਅਜੇ ਤੱਕ ਤਾਂ ਕੋਈ ਇਕੱਠਾ ਹੋਇਆ ਨਹੀਂ, ਉਹ ਤਾਂ ਰੋਡਾਂ ਤੇ ਸ਼ੋਅ ਕਰ ਰਹੇ ਨੇ, ਉਹ ਤਾਂ ਪ੍ਰਦਰਸ਼ਨੀਆਂ, ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਨੇ। ਬਿਲਕੁਲ ਨਹੀਂ, ਦੇਖੋ ਸਾਨੂੰ ਯਕੀਨ ਆ ਜਾਂਦਾ, ਸਾਰੇ ਜਿੰਨੇ ਰਾਜਨੀਤਿਕ ਲੋਕ ਨੇ ਇਕੱਠੇ ਹੋ ਜਾਂਦੇ, ਫਿਕਰ ਕਰਦੇ, ਚਿੰਤਾ ਕਰਦੇ ਆਪਣੇ ਪੰਜਾਬ ਦੀ, ਆਪਣੀ ਪੰਜਾਬੀਅਤ ਦੀ, ਪੰਜਾਬ ਦੇ ਕਾਮੇ ਦੀ, ਮਜ਼ਦੂਰ ਦੀ, ਕਿਸਾਨ ਦੀ,
ਉਹ ਚਿੰਤਾ ਕਰਦੇ ਸਾਨੂੰ ਪਤਾ ਲੱਗ ਜਾਣਾ ਸੀ ਕਿ ਦਿਲੋਂ ਕਰ ਰਹੇ ਨੇ, ਹੁਣ ਉਹ ਦਿਲੋਂ ਨਹੀਂ ਕਰ ਰਹੇ। ਇਸ ਕਰਕੇ ਸਾਰਾ ਪੰਜਾਬ ਉਹਨਾਂ ਨੂੰ ਨਕਾਰ ਰਿਹਾ। ਇਹ ਇੱਕ ਸਿਰਫ ਉਹ ਕਹਿੰਦੇ ਨੇ ਜੁਮਲੇ ਵਾਲੇ ਕਿਵੇਂ ਜਾਂਦੇ ਹੁੰਦੇ ਨੇ, ਜੁਮਲੇ ਵਾਲੇ ਐਂ ਜਾਂਦੇ ਹੁੰਦੇ ਨੇ ਜਿਵੇਂ ਬਰੋਲਾ ਉਡਾ ਕੇ ਲੈ ਜਾਂਦਾ ਹੈ। ਜੁਮਲੇ ਨਹੀਂ ਕਦੇ ਰਿਹਾ ਕਰਦੇ, ਉੱਥੇ ਜਿਹੜੇ ਤੱਥ ਨੇ ਤੱਥੇ ਰਿਹਾ ਕਰਦੇ ਆ। ਔਰ ਭਰੋਸਾ ਇਹਨਾਂ ਦੇ ਕੋਈ ਹੈ ਨਹੀਂ ਕਿਸੇ ਨੂੰ। ਇੱਕ ਜੁਮਲੇ ਦਿਖਾ ਰਹੇ ਨੇ, ਜੁਮਲੇ ਦਿਖਾ ਰਹੇ। ਇਹ ਰਣਨੀਤੀ ਜਿਹੜੇ ਕਿਸਾਨ ਯੂਨੀਅਨ ਦੇ ਜਿਹੜੇ ਮੁੱਖ ਪ੍ਰਧਾਨ ਨੇ, ਇਹ ਇੱਕ ਮੇਰੇ ਖਿਆਲ ਨਾਲ ਤੁਸੀਂ ਕਹਿ ਰਹੇ ਹੋ ਜੀ ਉੱਥੇ ਚੀਜ਼ ਹੈ, ਮੀਡੀਆ ਕੋਲ ਨਾ ਜਾਵੇ। ਮੇਰੇ ਖਿਆਲ ਦੇ ਨਾਲ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਉਹ ਨਹੀਂ ਦੱਸਣਾ ਚਾਹੀਦਾ, ਕਿਉਂਕਿ ਇੱਕ ਬੜੀ ਗੁਪਤ ਚੀਜ਼ ਹੈ। ਹੋ ਸਕਦਾ ਬਹੁਤ ਵੱਡਾ ਇੱਕ ਤੂਫਾਨ ਆਵੇ, ਉਹ ਤੂਫਾਨ ਦੇ ਵਿੱਚ ਕਿਹੜੇ ਉੱਡ ਜਾਣੇ ਆ, ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਕਈ ਚੀਜ਼ਾਂ ਬਣਦੀਆਂ ਹੁੰਦੀਆਂ ਨੇ ਤੇ ਕਈ ਚੀਜ਼ਾਂ ਉੱਡ ਜਾਂਦੀਆਂ ਨੇ ਜਦੋਂ ਵੱਡੇ ਤੂਫਾਨ ਆਉਂਦੇ ਨੇ। ਮੇਰੇ ਖਿਆਲ ਨਾਲ ਮੈਨੂੰ ਇੰਨੀ ਕਹਿਣਾ ਚਾਹੀਦਾ ਹੈ, ਜਿਸ ਤਰੀਕੇ ਨਾਲ ਸਭ ਦਾ ਜੋਸ਼ ਤੇ ਨਾਲ ਹੋਸ਼ ਦੇਖਦੇ ਆ, ਕੋਈ ਵੱਡਾ ਤੂਫਾਨ ਆ ਸਕਦਾ ਹੈ, ਵੱਡਾ ਤੂਫਾਨ। ਸੋ ਗੱਲਬਾਤ ਕੀਤੀ ਹੈ ਤੇ ਫਿਲਹਾਲ ਅਗਲੀ ਰਣਨੀਤੀ ਹੈ ਜਿਹੜੀ ਉਹ ਮੀਡੀਆ ਦੇ ਨਾਲ ਸਾਂਝੀ ਨਹੀਂ ਕਰਨਾ ਚਾਹੁੰਦੇ। ਉਹਨਾਂ ਦਾ ਕਹਿਣਾ ਹੈ ਕਿ ਅਗਰ ਸਾਂਝੀ ਕਰ ਦਿੱਤੀ ਤਾਂ ਹੋ ਸਕਦਾ ਹੈ ਕਿ ਵੱਡਾ ਤੂਫਾਨ ਆ ਸਕਦਾ ਹੈ। ਇੱਕ ਹੋਰ ਸਵਾਲ ਹੈ ਮੇਰਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜਾ ਡਰਾਮੇਬਾਜ਼ ਆ, ਡਰਾਮੇ ਭਗਵੰਤ ਮਾਨ ਲੀਡਰ ਨਹੀਂ ਸੀ, ਲੋਕਾਂ ਨੇ ਲੀਡਰ ਉਹ ਤਾਂ ਇੱਕ ਨਕਲੀਆ ਸੀਗਾ ਤੇ ਨਕਲੀਆਂ ਨਹੀਂ ਕਰਦੇ। ਫਰਜ਼ ਕਰੋ ਭਗਵੰਤ ਮਾਨ ਨੇ ਦੱਸੇ छोटे मुड़ के बैठे छोटे बैठे ਉਹਦਾ ਬਿੱਲ ਵੀ ਕਹੀ ਜਾਂਦਾ। ਫਿਰ ਉਸ ਤੋਂ ਬਾਅਦ ਮੈਂ ਸਿੰਘ ਭੇਜਿਆ, ਸਰਜੀਤ ਸਿੰਘ ਪੁੱਛ ਕੇ ਆ ਦੇਖਿਆ ਜਿਹੜਾ ਮੁਸ਼ਕਿਲ ਕੋਈ ਗਾਲ ਢੰਗ ਇਹ ਫਿਰ ਸ਼ਰਾਬ ਪੀ ਕੇ ਇੱਕ ਸਟੇਜ ਤੋਂ ਉੱਤਰ ਗਿਆ। ਅੱਛਾ, ਸਾਡੇ ਸਿੰਘ ਨੇ ਘੇਰ ਲਿਆ, ਕਹਿੰਦਾ ਕੀ ਹੈ ਰਾਜ ਸਿੰਘ ਨੂੰ, ਕਹਿੰਦਾ ਤਾਂ ਰਾਤ ਦੀ ਪੀਤੀ ਉਹਦੇ ਰਾਤ ਦਾ ਮੁਸ਼ਕਿਲ। ਇਸ ਕਰਕੇ ਇਹਨੇ ਤਾਂ ਉੱਥੇ ਬੇਅਦਬੀ ਕਰਤੀ। ਬੇਅਦਬੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜੋੜੇ ਲੈ ਕੇ ਚਲੇ ਜਾਓ, ਭੰਗ ਲੈ ਕੇ ਚਲੇ ਜਾਓ, ਸ਼ਰਾਬ ਪੀ ਕੇ ਚਲੇ ਜਾਓ, ਜਿਹਨੂੰ ਆ ਪਿੱਛੇ ਜੇ ਨਿੰਗ ਸਿੰਘ ਸੀ ਕਰੋਨਾ ਵਾਇਰਸ, ਉਹ ਨਿੰਗ ਸਿੰਘ ਦੇ ਉੱਤੇ ਪੁਲਿਸ ਨੇ ਉਹਦੀ ਇੱਜ਼ਤ ਨੂੰ ਹੱਥ ਪਾਲਿਆ, ਕੁੱਟਿਆ ਮਾਰਿਆ, ਉਹਨੇ ਨਾਮ ਚਲਾਈ, ਉਹਦਾ ਹੱਥ ਲੈ ਗਿਆ। ਉਹ ਕੋਈ ਮੋਟਰ ਸੀ ਅਚਨਚੇਤ ਸੀ ਹੋਇਆ ਸਾਰਾ, ਕੋਈ ਮਿੱਥ ਕੇ ਨਹੀਂ ਹੋਇਆ ਸੀ। ਤੇ ਇਹ ਕਹਿੰਦਾ ਮੈਂ ਹਰਜੀਤ ਸਿੰਘ ਨਾਲ ਖੜਾ ਹੈ, ਇਹਦਾ ਮਤਲਬ ਜਾਵਰਾਂ ਦੇ ਨਾਲ ਖੜਾ। ਭਗਵੰਤ ਮਾਨ ਪੰਪੀ ਬਾਈ, ਗੁਰਦਾਸ ਮਾਨ, ਭਗਵੰਤ ਮਾਨ, ਹਾਕਮ ਬਖਸ਼ ਤੇਰੀ ਵਾਲਾ, ਇਹ ਸਾਰੇ ਪਿਛਲੇ ਸਮੇਂ ਦੇ ਵਿੱਚ KPS ਗਿਲ ਦੇ ਚਲੇ ਰਹੇ। ਜਦੋਂ ਪੰਜਾਬ ਦੇ ਵਿੱਚ ਢਾਡੀ ਰਾਗੀ ਕਰਕੇ ਨੌਜਵਾਨ ਜੋੜਦੇ ਸੀ, ਆਜ਼ਾਦੀ ਦੀ ਗੱਲ ਚੱਲ ਰਹੀ ਸੀ, ਇਹ ਬੰਦਿਆਂ ਨੇ ਉਹਨਾਂ KPS ਨਾਲ ਗੱਲ ਕਰਕੇ ਖਾੜੇ ਲਾਉਣੇ, ਸਾਡੀਆਂ ਧੀਆਂ ਭੈਣਾਂ ਨੂੰ ਸਟੇਜਾਂ 'ਤੇ ਨਚਾਉਣਾ,
ਤੇ ਫਿਰ ਨਚਾ ਕੇ ਸਾਡਾ ਕਲਚਰ ਖਰਾਬ ਕਰਨਾ, ਕਲਚਰ ਖਰਾਬ ਕਰਕੇ ਸਾਡੀਆਂ ਬੀਬੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ ਇਹਨਾਂ ਨੇ ਉੱਥੇ ਨਚਾਉਣਾ। ਹੁਣ ਦੱਸੋ ਜੀ, ਇਸ ਤਰੀਕੇ ਕੋਈ ਨਚਾਉਣਾ? ਹਾਂ, ਬੀਬੀ ਸਾਡੀ ਧੀ ਬਣ ਗਾਏ, ਕੱਪੜਿਆਂ 'ਚ ਗਾਵੇ, ਬੜਾ ਸੋਹਣਾ ਗਾ ਸਕਦੀ ਹੈ, ਗੱਲ ਕਰ ਸਕਦੀ ਹੈ, ਅੱਛੇ ਬਣ ਸਕਦੀ ਹੈ, ਪਰ ਇਹਨਾਂ ਨੇ ਉਹਦੇ ਤੇ ਗਲਾ ਕੇ ਖਾੜੇ ਲਾਉਣੇ। ਖਾੜੇ ਵੀ ਫ੍ਰੀ ਪੈਸੇ ਦਿੰਦੇ ਸੀ, ਪੰਜਾਬ ਸਰਕਾਰ ਪੈਸੇ ਦਿੰਦੀ ਸੀ, ਨਾਲ ਇਹਨੇ ਗੱਲ ਲੈਣਾ। ਇਹਨਾਂ ਨੇ ਪੰਜਾਬ ਦੇ ਕਲਚਰ ਨੂੰ ਖਰਾਬ ਕੀਤਾ। ਹੁਣ ਵੀ ਲੱਗਿਆ ਇਸ ਕਰਕੇ ਪੰਚਾਇਤਾਂ ਜਿਹੜੇ ਮਤੇ, ਉਹ ਤਾਂ ਪਹਿਲਾਂ ਅਸੀਂ ਕਹਿ ਚੁੱਕੇ ਹਾਂ ਤੋਂ ਪਹਿਲਾਂ, ਇਹ ਤਾਂ ਬਹੁਤ ਕਰ ਰਹੇ ਹਾਂ। ਵਕੀਲ ਦੀ ਵੀ ਤਿਆਰੀ ਹੋ ਗਈ ਆ। ਅਸੀਂ ਪੰਚਾਇਤਾਂ ਨੂੰ ਮਤਿਆਂ ਬਾਰੇ ਬੜੇ ਚਿਰ ਤੱਕ, ਸਾਡਾ ਤਾਂ 1 ਮਹੀਨਾ ਦਾ ਕੰਮ ਚੱਲ ਰਿਹਾ, ਅਸੀਂ ਤਾਂ ਇਹ ਮਤੇ ਵੀ ਨਹੀਂ ਆ, ਅਸੀਂ ਤਾਂ ਮਤੇ UN ਨੂੰ ਦੀ ਤਿਆਰੀ ਹੈ। UN ਦਾ ਇੱਕ ਸਟਰਕਚਰ ਤਿਆਰ ਕੀਤਾ, ਆਪਾਂ UN ਦੇ ਮਤੇ ਪਾ ਕੇ ਬੈਠ ਕੇ ਭਗਵੰਤ ਮਾਨ ਬਹੁਤ ਲੇਟ ਚਲੋ ਠੀਕ ਹੈ ਜੀ, ਚੱਲੀ ਜਾਵੇ, ਉਹਦਾ ਹੱਕ ਹੈ, ਬਹੁਤ ਲੇਟ ਚੱਲ ਰਿਹਾ। ਉਹ ਪੰਚਾਇਤਾਂ ਨੂੰ ਇਹ ਵਿਖਾਉਣਾ ਚਾਹੁੰਦਾ ਕਿ ਅਗਲੀ ਸਾਡੀ ਸਰਕਾਰ ਆਉਣੀ ਹੈ, ਵੀ ਉਹ ਸਰਕਾਰ ਸਾਡੀ ਆਊਗੀ। ਉਹ ਆਸ 'ਚ ਨਾ ਕਿ ਵੀ ਤੁਸੀਂ ਮਤੇ ਪਵਾ ਦਿਓ ਪਿੰਡ 'ਚ। ਕਹਿੰਦੇ ਮੈਂ ਤੇਰੇ ਕੋਲ ਆਇਆ ਸੀ, ਮਤੇ ਪਾਉਣਾ ਹੀ ਨਹੀਂ ਕਰ ਦੇਣਗੇ। ਇਹ ਲੜਾਈ ਤਾਂ ਇਹਨਾਂ ਨੇ ਲੜੀ ਹੋਈ। ਜਦੋਂ ਆਰਡੀਨੈਂਸ ਜਾਰੀ ਹੋਣੇ ਸੀਗੇ, ਇਹ ਵੀ ਚੁੱਪ ਰਿਹਾ, ਹਰਸਿਮਰਤ ਵੀ ਚੁੱਪ ਰਹੀ ਹੈ, ਉਦੋਂ ਕਿਉਂ ਨਹੀਂ ਬੋਲਿਆ? ਬੋਲਿਆ ਹੀ ਨਹੀਂਗਾ, ਚੁੱਪ ਰਿਹਾ। ਤੇ ਫਿਰ ਹੁਣ ਦਿੱਲੀ ਅੱਗੇ ਉਹਦੇ ਅੱਗੇ ਧਰਨਾ ਲਾ ਦੇ, ਪਾਰਲੀਮੈਂਟ ਜੇ ਨਹੀਂ ਸੁਣਦੇ ਪਾਰਲੀਮੈਂਟ ਕੇ ਧਰਨਾ ਲਾ ਜੇ, ਹੋਰ ਐਮਪੀਆਂ ਨੂੰ ਲੈ ਕੋਈ ਸੈਸ਼ਨ ਕਰ ਲੈ, ਬਹਿ ਜੀ ਉੱਥੇ, ਮਰ ਜੀ ਉੱਥੇ। ਅਸੀਂ ਤਾਂ ਪਾਰਲੀਮੈਂਟ ਦੇ ਅੰਦਰ ਨਹੀਂ ਜਾ ਸਕਦੇ, ਜਾ ਸਕਦਾ। ਇਹ ਡਰਾਮੇਬਾਜ਼ ਹੈਗਾ। ਬਾਕੀ ਤੁਸੀਂ ਭੈਣੇ, ਮੈਂ ਕਹਿਣਾ ਨਹੀਂ ਚਾਹੁੰਦਾ। ਦੂਜੇ ਪਾਸੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਜਿਹੜੀ ਲੜਾਈ ਆ, ਇੱਕ ਲੜਾਈ ਬਣਾ ਕੇ ਇਹ ਪੂਰਾ ਤੱਕ ਕੇ ਇੱਥੇ ਬੈਠਣਾ ਚਾਹੀਦਾ। ਇੱਥੇ ਬੈਠ ਕੇ ਇਸ ਤੋਂ ਬਾਅਦ ਆਪਣਾ ਜਿਹੜਾ ਬਾਰਡਰ ਹੈ ਅੰਬਾਲੇ ਵਾਲਾ ਬੰਦ ਕਰਨਾ ਚਾਹੀਦਾ, ਆਪਣਾ ਦੂਸਰਾ ਅੰਬਾਲੇ ਤੋਂ ਸਿੱਧਾ ਚੰਡੀਗੜ੍ਹ, ਤੇ ਫਿਰ ਉਸ ਤੋਂ ਬਾਅਦ ਪਾਤੜਾ ਤੋਂ ਦਿੱਲੀ ਦਾ ਰਸਤਾ ਤੇ ਹੌਲੀ ਹੌਲੀ ਬੰਦ ਕਰ ਦਿਓ ਤੇ ਸ਼ਾਂਤੀ ਰਹੋ। ਨਾ ਲੜਾਈ ਕਰੋ, ਨਾ ਡਾਂਗ ਚਲਾਓ, ਨਾ ਸੋਟਾ ਚਲਾਓ, ਨਾ ਕਿਸੇ ਨੂੰ ਇਹੋ ਜਿਹਾ ਕਰੋ ਕਿ ਜਿਹੜੇ ਕਰਕੇ ਸਰਕਾਰ ਪਤਾ ਕੀ ਕਹਿੰਦੀ ਆ, ਅੱਜ ਵਿੱਚ ਆਪਦੇ ਬੰਦੇ ਭੇਜੂਗੀ ਹਰੀਆਂ ਪੱਗਾਂ ਬੰਨ੍ਹ ਕੇ, ਬਿੱਲੇ ਲਾ ਕੇ, ਉਹ ਕਰਨਗੇ ਕਿ ਦਿੱਲੀ ਚੱਲੋ ਅਸੀਂ ਤੋੜ ਦਿਆਂਗੇ, ਆਹ ਤੋੜ ਦਿਆਂਗੇ। ਇਹ ਕੁਝ ਐਸੇ ਬੰਦੇ ਰੋੜੇ ਚਲਾਉਣ ਵਾਲੇ ਭੇਜਣਗੇ, ਉਹ ਭੇਜ ਕੇ ਉਹ ਖਾਨਾ ਚੱਕੀ ਕੋਈ ਪੁਲਿਸ ਦੇ ਰੋੜਾ ਮਰਵਾ ਦੇਣਗੇ, ਕਿਸੇ ਦੇ ਮਰਵਾ ਕੇ, ਕਿਸੇ ਬੱਸ ਦੇ ਰੋੜਾ ਮਰਵਾ ਦੇਣਗੇ। ਉਹ ਮਰਵਾ ਕੇ ਇਹ ਮੂਵਮੈਂਟ ਨੂੰ ਕ੍ਰਿਮੀਨਲ ਮੂਵਮੈਂਟ ਬਣਾ ਦੇਣਗੇ, ਕਿਉਂਕਿ ਸਾਡੀ ਕ੍ਰਿਮੀਨਲ ਨਹੀਂ ਪੀਸਫੁਲੀ ਹੈ। ਸੰਵਿਧਾਨ ਦੀ ਧਾਰਾ 14, 19, 21 ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਧਰਨਾ ਮੁਜ਼ਾਹਰਾ ਲਾ ਸਕਦੇ ਹਾਂ। ਇਹਦੇ ਤੋਂ ਸਾਰਿਆਂ ਨੂੰ ਸੁਚੇਤ ਰਹਿਣਾ। ਦੇਖੀ ਦੇ ਵਿੱਚ ਰੰਗਲਾ ਪੰਜਾਬ ਟੀਵੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ 18 ਅਕਤੂਬਰ ਨੂੰ ਜਿਹੜਾ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ, ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਹੀ ਜਿਹੜਾ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਜਾਵੇਗਾ, ਤੇ ਉਦੋਂ ਤੱਕ ਵਿਰੋਧ ਕੀਤਾ ਜਾਵੇਗਾ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋ ਜਾਵੇ। ਸਰ, ਲੋਕਤੰਤਰ ਦੀ ਗੱਲ ਨਹੀਂ ਕੀਤੀ, ਪਰ ਕਈ ਵਾਰ ਦੇਖਿਆ ਗਿਆ ਕਿ ਜਿਹੜੇ ਕਿਸਾਨ ਬਾਹਰ ਕਿਸਾਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਤੁਹਾਨੂੰ ਕੀ ਲੱਗਦਾ ਕਿ ਕਿੰਨਾ ਮੁਸ਼ਕਿਲ? ਬਿਲਕੁਲ ਤੁਹਾਡੀ ਗੱਲ 100% ਠੀਕ ਹੈ, ਕਿਉਂਕਿ ਜੇ ਕਿਸਾਨਾਂ ਨੂੰ ਇਹ ਪਤਾ ਲੱਗਦਾ ਹੋਵੇ ਜਾਂ ਲੀਡਰ ਦੱਸਦੇ ਹੋਣ, ਕਿਸਾਨ ਇਹਨਾਂ ਦੇ ਨਾਲ ਹਰ ਟਾਈਮ ਖੜੇ ਨੇ। ਕਦੇ ਵੀ ਕਿਸਾਨਾਂ ਨੇ ਅੱਜ ਤੱਕ ਧੋਖਾ ਨਹੀਂ ਦਿੱਤਾ, ਜਨਤਾ ਨੇ ਕਿਸੇ ਕਿਸਮ ਦਾ ਜੋ ਹੁਕਮ ਕਰਦੇ ਨੇ ਕਿਸਾਨ ਅੱਜ ਵੀ ਧਰਨਿਆਂ ਤੇ ਨੇ, ਅੱਜ ਦੇਖ ਸਕਦੇ ਹੋ। ਤੇ ਪਹਿਲਾਂ ਤੋਂ ਜਿਸ ਦਿਨ ਦਾ ਵੀ ਇਹ ਆਇਆ, ਚਾਹੇ ਪਹਿਲਾਂ 20 ਸਾਲ ਪਹਿਲਾਂ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਨੇ ਧਰਨੇ ਲਾਏ ਚੰਡੀਗੜ੍ਹ, ਉੱਥੇ ਵੀ ਤੁਸੀਂ ਦੇਖਿਆ ਕੀ ਹੱਲ ਹੋਇਆ। ਉਸ ਤੋਂ ਬਾਅਦ 'ਚ ਫਿਰ ਕਈ ਵਾਰ ਇਹ ਗੱਲ ਹੋ ਚੁੱਕੀ ਆ ਓਪਨਲੀ ਵੀ ਕੀ ਗੱਲ ਹੋਈ ਆ, ਵੀ ਕਿਸਾਨਾਂ ਨਾਲ ਧੋਖਾ ਕਿਉਂ ਹੋਇਆ। ਜਿਹੜੇ ਲੀਡਰ ਨੇ ਉਹ ਸਹਿਰਦ ਨਹੀਂ ਹੈਗੇ, ਜਿਨ੍ਹਾਂ ਨੂੰ ਕਿਸਾਨ ਮੂਹਰੇ ਲਾ ਕੇ ਤੁਰਦੇ ਨੇ, ਜਿਨ੍ਹਾਂ ਦੇ ਮਗਰ ਕਿਸਾਨ ਤੁਰਦੇ ਨੇ, ਜਿਨ੍ਹਾਂ ਨੂੰ ਵੋਟਾਂ ਪਾਉਂਦੇ ਨੇ, ਅਸਲ ਕਿਸਾਨਾਂ ਦੇ ਲੀਡਰ ਨੇ, ਉਹ ਅਸਲ ਸਰਕਾਰਾਂ ਦੇ ਲੀਡਰ ਨੇ। ਉਹ ਜੋ ਸਰਕਾਰਾਂ ਕਹਿੰਦੀਆਂ ਨੇ ਉਸ ਤਰੀਕੇ ਨਾਲ ਉਹ ਆਪਣਾ ਸਮਝੌਤਾ ਕਰਕੇ ਆ ਜਾਂਦੇ ਨੇ। ਇਸੇ ਕਰਕੇ ਉਹ ਤੋਂ ਸਪਸ਼ਟ ਆ ਉਹ ਅੱਜ ਉਹਨਾਂ ਦੇ ਘਰ-ਬਾਰ ਦੇਖੋ, ਅੱਜ ਉਹ ਕਰੋੜਾਪਤੀ ਨੇ। ਜਿਹੜੇ ਕਿਸਾਨ ਨੇ ਉਹ ਵਿਚਾਰੇ ਰੋੜਾਪਤੀ ਹੋ ਚੁੱਕੇ ਨੇ। ਅੱਜ ਉਹਨਾਂ ਦੀਆਂ ਜ਼ਮੀਨਾਂ ਵੀ ਜਾ ਰਹੀਆਂ ਨੇ, ਉਹਨਾਂ ਦੇ ਬੱਚੇ ਉਹਨਾਂ ਦੇ ਹਿਜਰਤ ਕਰ ਰਹੇ ਨੇ, ਜ਼ਮੀਨਾਂ ਵੇਚ ਕੈਨੇਡਾ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ, ਬੱਚੇ ਘਰ-ਬਾਰ ਤਬਾਹ ਹੋ ਰਹੇ ਨੇ ਕਿਸਾਨ। ਅੱਜ ਜਿਹੜੀ ਜ਼ਮੀਨਾਂ ਦੇ ਗੱਲ ਆ, ਜ਼ਮੀਨਾਂ ਵੀ ਜਾ ਰਹੀਆਂ ਨੇ। ਅੱਜ ਅਸੀਂ ਹੁਣ ਇਹੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਖੜੇ ਆ। ਅੱਜ ਪੂਰੀ ਜਿਹੜੀ ਆਜ਼ਾਦੀ ਦੀ ਗੱਲ ਚੱਲ ਰਹੀ ਆ, ਅੱਜ ਜਿੰਨਾ ਚਿਰ ਸਾਡੀ ਆਜ਼ਾਦੀ ਕੀ ਹੈ, ਅੱਜ ਦੇਖੋ ਵਾਹਗਾ ਬਾਰਡਰ ਰਾਹੀਂ ਪੂਰੇ ਵਪਾਰੀਆਂ ਦੇ ਤਾਂ ਟਰੱਕ ਜਾ ਰਹੇ ਨੇ, ਆਲੂ ਵੀ ਜਾ ਰਹੇ ਨੇ ਉੱਥੇ, ਟਮਾਟਰ ਵੀ ਜਾ ਰਹੇ ਨੇ ਉੱਥੇ ਟਰੈਕਟਰ ਵੀ ਜਾ ਰਹੇ ਨੇ, ਉੱਥੇ ਸੀਮੈਂਟ ਵੀ ਜਾ ਰਿਹਾ, ਰੇਤਾ ਸਭ A to Z ਸਾਡੀ ਸਮਾਨ ਜਾ ਰਿਹਾ ਬਾਹਰ। ਅਸੀਂ ਹੁਣ ਵਾਹਗਾ ਬਾਰਡਰ, ਸਾਡਾ ਕਿਸਾਨਾਂ ਦਾ ਸਮਾਨ ਨਹੀਂ ਜਾ ਸਕਦਾ, ਸਾਡੀ ਕਣਕ ਨਹੀਂ ਜਾ ਸਕਦੀ। ਕੀ ਲੱਗਦਾ ਧੱਕਾ ਹੋ ਰਿਹਾ? ਬਿਲਕੁਲ 100% ਧੱਕਾ ਹੋ ਰਿਹਾ। ਹੁਣ ਇਹੀ ਬੇਨਤੀ ਕਰਦੇ ਹਾਂ ਕਿ ਸਰਬੱਤ ਸੰਗਤ ਨੂੰ, ਵਿੱਚੇ ਮਜ਼ਦੂਰਾਂ ਨੂੰ, ਵਿੱਚੇ ਦੁਕਾਨਦਾਰਾਂ ਨੂੰ, ਵਿੱਚੇ ਆੜ੍ਹਤੀਆਂ ਨੂੰ, ਵਿੱਚੇ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਇੱਕ ਪਲੇਟਫਾਰਮ ਤੇ ਅਸੀਂ ਯਾਰ 20 ਤਰੀਕ ਦਾ ਜਿਹੜਾ ਲਾਇਆ ਮੋਰਚਾ, ਤੇ ਇਸ ਮੋਰਚੇ ਦੇ ਵਿੱਚ ਇੱਥੇ ਹੱਲ ਹੁੰਦਾ। ਜਿਹੜਾ ਅਸੀਂ ਵੱਡਾ ਵਾਹਗਾ ਬਾਰਡਰ ਦਾ ਕਰ ਰਹੇ ਹਾਂ 18 ਤਰੀਕ ਨੂੰ, 18 ਅਕਤੂਬਰ 2020 ਨੂੰ ਵਾਹਗਾ ਬਾਰਡਰ ਤੇ 11 ਵਜੇ 3 ਵਜੇ ਤੱਕ ਸਾਡਾ ਉੱਥੇ ਧਰਨਾ ਹੋਊਗਾ।
ਅਸੀਂ ਪੂਰੇ ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਉੱਥੇ ਪਹੁੰਚੋ 11 ਤੋਂ 3 ਵਜੇ ਤੱਕ। ਜਿਹੜੇ ਅਬਾਨੀ ਅਡਾਨੀਆਂ ਦੇ ਵੱਡੇ ਵਪਾਰੀਆਂ ਦੇ ਮੋਦੀ ਵਰਗਾਂ ਦੇ ਜਿਹੜਾ ਬਿਜ਼ਨਸ ਆ ਉੱਧਰ ਨੂੰ ਜਾ ਰਿਹਾ ਕਿ ਕਿਉਂ ਸਾਡਾ ਪੰਜਾਬ ਦਾ ਜਾਵੇ। ਅਸੀਂ ਇਹੀ ਮੰਗ ਵੀ ਕਰਾਂਗੇ, ਸਾਡਾ ਹੱਕ ਵੀ ਆ, ਮੰਗ ਵੀ ਸਾਡਾ ਹੱਕ ਹੈ। ਜੋ ਵੀ ਸਾਡੀਆਂ ਹੱਕੀ ਮੰਗਾਂ ਨੇ, ਚਾਹੇ ਪਾਣੀ ਦੀ ਆ ਚਾਹੇ ਬਿਜਲੀ ਦੀ ਆ, ਹੁਣ ਨਵੇਂ ਤੋਂ ਨਵੇਂ ਬਿੱਲ ਆ ਰਹੇ ਆ ਵੀ ਸਾਡਾ ਹੱਕ ਆ। ਸਾਡੀ ਮੰਗ ਨਹੀਂ ਕੋਈ ਹੈਗੀ, ਮੰਗ ਤਾਂ ਹੁੰਦੀ ਆ, ਮੰਗ ਤੇ ਮੰਗਣਾ ਮੰਗਦੇ ਨੇ ਲੋਕਾਂ ਬਣਾਤੇ, ਚੀਨੀ ਮੰਗਦੇ ਨੇ, ਦਾਲਾਂ ਮੰਗਦੇ ਨੇ, ਇਹ ਸਾਡੇ ਘਰ ਦੀ ਤਰ੍ਹਾਂ ਬਣਾਤੇ। ਪਰ ਅਸੀਂ ਤਾਂ ਦਾਦੇ ਸੀਗੇ, ਅਸੀਂ ਮੰਗਦੇ ਥੋੜ੍ਹੀ ਆ। ਸਾਡੀਆਂ ਜਿਹੜੀਆਂ ਮੰਗਾਂ ਨਹੀਂ ਹੈਗੀਆਂ ਸਾਡੇ ਹੱਕ ਨੇ। ਜਿਹੜੇ ਵਾਹਗਾ ਬਾਰਡਰ 'ਤੇ ਵੀ ਅਸੀਂ ਜਾਣਾ ਉਹ ਵੀ ਸਾਡਾ ਹੱਕ ਆ। ਜੇ ਅਡਾਨੀ ਦਾ ਹੱਕ ਆ, ਅਬਾਨੀ ਦਾ ਹੱਕ ਆ, ਮੋਦੀ ਦਾ ਹੱਕ ਆ, ਕਿਸੇ ਹੋਰ ਵੱਡਿਆਂ ਦਾ ਹੱਕ ਆ, ਤਾਂ ਉਹ ਸਾਡਾ ਕਿਸਾਨਾਂ ਦਾ ਵੀ ਹੱਕ ਆ, ਸਾਡੇ ਮਜ਼ਦੂਰਾਂ ਦਾ ਵੀ ਹੱਕ ਆ। ਉਹ ਅਸੀਂ ਜਾ ਕੇ ਵਾਹਗੇ ਬਾਰਡਰ 'ਤੇ ਪਾਕਿਸਤਾਨ ਦੇ ਵਿੱਚ ਜਾ ਕੇ ਅਸੀਂ ਆਪਦਾ ਬਿਜ਼ਨਸ ਕਰੀਏ ਤੇ ਇੱਥੋਂ ਉੱਥੇ ਜਾ ਕੇ ਆਪਣੀ ਫਸਲਾਂ ਵੇਚੀਏ। ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵੱਡੇ ਘਰਾਣਿਆਂ ਨਾਲ ਜਾਂਦੇ ਆਪਾਂ ਤੇ ਲੋਕਾਂ ਦੇ ਵੱਲੋਂ ਜਿਹੜਾ ਰਿਲਾਇੰਸ ਕਿਹਾ ਜਾ ਰਿਹਾ ਕਾਫੀ ਨੁਕਸਾਨ ਵੀ ਹੈ। ਜਿਹੜਾ ਦੇਖੋ ਨੁਕਸਾਨ ਆ ਜਿਹੜਾ ਅਡਾਨੀ ਅਬਾਨੀ ਦੇ ਪੰਪ ਤਾਂ ਹੈਗੇ, ਪਰ ਹੁਣ ਕਲੀਅਰ ਵੀ ਹੋ ਗਿਆ ਵੀ ਜਿਹੜੇ ਉਹਦੇ ਵਿੱਚੋਂ 85-87 ਪੈਟਰੋਲ ਪੰਪ ਨੇ ਉਹਨਾਂ ਵਿੱਚੋਂ 60 ਪੈਟਰੋਲ ਪੰਪ ਤਾਂ ਇਹ ਕਾਂਗਰਸ ਤੇ ਬਾਦਲ ਵਾਲੇ ਆਉਂਦੇ ਨੇ, ਇਹ ਮਿਲੇ ਹੋਏ ਨੇ ਉਹਨਾਂ ਨਾਲ। ਹੁਣ ਕੇਜਰੀਵਾਲ ਇਸ ਮਤਲਬ ਦੇ ਕੇਜਰੀਵਾਲ ਨੇ ਵੀ ਮਤਾ ਨਹੀਂ ਪਾਇਆ ਹੈਗਾ, ਉਹ ਵੀ ਬਹੁਤ ਹੱਥ ਸੀਗਾ ਉਹਦਾ, ਉਹ ਵੀ ਬੋਲਿਆ ਨਹੀਂ ਹੈਗਾ, ਨਾ ਉਹਨੇ ਮਤਾ ਪਾਇਆ, ਨਾ ਕੈਪਟਨ ਅਮਰਿੰਦਰ ਨੇ ਮਤਾ ਪਾਇਆ ਵਿਧਾਨ ਸਭਾ ਦੇ ਵਿੱਚ। ਅਸੀਂ ਇਹਨੂੰ ਕਿਵੇਂ ਮੰਨ ਲਈਏ, ਸਾਰੇ ਰਲੇ ਮਿਲੇ ਨੇ, ਜਿਵੇਂ ਕਹਿੰਦੇ ਕੁੱਤੀ ਚੋਰਾਂ ਰਲੀ ਹੋਈ ਆ। ਦੰਦ ਦਿਖਾਉਣ ਨੂੰ ਹੋਰ ਨੇ, ਇਹਨਾਂ ਦੇ ਖਾਣ ਨੂੰ ਹੋਰ ਨੇ। ਜੇ ਅਤੈਸ਼ੀ ਹੁੰਦੇ ਪੰਜਾਬ ਦੇ ਕਿਸਾਨਾਂ ਦੇ, ਅੱਜ ਕਿਸਾਨਾਂ ਦੀ ਦੁਰਦਸ਼ਾ ਇਹ ਨਾ। ਅੱਜ ਕਿਸਾਨ ਅਮੀਰ ਹੁੰਦਾ, ਕਿਸਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀਗੀ, ਪੰਜਾਬ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ। ਇਹ ਸੋਨੇ ਦੀ ਚਿੜੀ ਸੀਗੀ, ਤੇ ਸੋਨੇ ਦੀ ਚਿੜੀ ਨੂੰ ਇਹਨਾਂ ਨੇ ਇੱਕ ਕਹ ਲਓ ਵੀ ਤੁਸੀਂ ਮਿੱਟੀ ਦੀ ਚਿੜੀ ਬਣਾ ਦਿੱਤੀ। ਕਿਉਂ? ਕਿਉਂਕਿ ਇਹਨੇ ਲੁੱਟ ਕੇ ਖਾ ਗਏ। ਜੇ ਘਾਟਾ ਪੈਂਦਾ ਪੰਜਾਬ ਨੂੰ ਤਾਂ ਕਿਹਨੇ ਪਾਇਆ ਘਾਟਾ? ਲੀਡਰਾਂ ਨੇ ਪਾਇਆ। ਜੇ ਖਾਧਾ ਇਹਨੂੰ ਕਿਹਨੇ ਖਾਧਾ? ਲੀਡਰਾਂ ਨੇ ਖਾਧਾ ਜਾਂ ਅਫਸਰਾਂ ਨੇ ਖਾਧਾ? ਕਿਸਾਨਾਂ ਨੇ ਤਾਂ ਕੋਈ ਨਹੀਂ ਕੀਤਾ। ਗਰੀਬ ਮਜ਼ਦੂਰਾਂ ਨੇ ਇਹਨੂੰ ਕੋਈ ਨਹੀਂ ਖਾਧਾ। ਗਰੀਬ ਮਜ਼ਦੂਰ ਸਵੇਰੇ ਉੱਠਦਾ ਚਾਹ ਪੀਂਦਾ, ਉਹਦੇ ਵੀ ਟੈਕਸ ਦੇ ਰਿਹਾ। ਹਰ ਚੀਜ਼ ਆਪਾਂ ਜੋ ਲੈਂਦੇ ਹਾਂ, ਕੱਪੜੇ ਪਹਿਨਣ ਦੇ ਵੀ ਟੈਕਸ ਦਿੰਦੇ ਹਾਂ। ਅਸੀਂ ਚਾਹ ਪੱਤੀ ਦੇ ਵੀ ਟੈਕਸ ਦਿੰਦੇ ਹਾਂ, ਅਸੀਂ ਪਾਣੀ ਦੇ ਵੀ ਟੈਕਸ ਦਿੰਦੇ ਹਾਂ, ਅਸੀਂ ਬਿਜਲੀ ਦੇ ਵੀ ਟੈਕਸ ਦਿੰਦੇ ਹਾਂ, ਅਸੀਂ ਜੋ ਚੀਜ਼ ਜੁੱਤੀ ਲੈਂਦੇ ਉਹ 'ਤੇ ਟੈਕਸ ਦਿੰਦੇ ਹਾਂ, ਰੁਮਾਲ ਤੱਕ ਵੀ ਟੈਕਸ ਦਿੰਦੇ ਹਾਂ। ਫਿਰ ਉਹ ਖਾਧਾ ਕਿਹਨੇ? ਪੰਜਾਬ। ਗਰੀਬ ਕਿਹਨੇ ਕੀਤਾ? ਗਰੀਬ ਕੀਤਾ ਇਹਨਾਂ ਨੇ ਲੀਡਰਾਂ ਨੇ, ਗਰੀਬ ਕੀਤਾ ਇਹਨਾਂ ਅਫਸਰਾਂ ਨੇ। ਇਹ ਸਾਰੇ ਜ਼ਿੰਮੇਵਾਰ ਇਹ ਨੇ, ਕਿਉਂਕਿ ਇਹਨਾਂ ਦਾ ਪੈਸਾ ਪਿੱਛੇ ਦੇਖੋ ਤੁਸੀਂ, ਨੀਰਜ ਮੋਦੀ ਹੋਣੀ ਕਿਹਨੇ ਭਜਾਇਆ ਜਵਾਬ? ਇੱਥੇ ਇੱਕ ਛੋਟੀ ਜਿਹੀ ਗੱਲ ਹੋ ਜਾਵੇ, ਕੋਈ ਜਾ ਸਕਦਾ ਇੱਥੋਂ? ਕੋਈ ਸਾਰੇ ਕਿਹਨੇ ਭਜਾਏ ਨੇ? ਸਾਡੀ ਸੈਂਟਰ ਗੌਰਮੈਂਟ ਬੀਜੇਪੀ ਨੇ ਭਜਾਏ ਨੇ। ਇੱਥੋਂ ਪੈਸਾ ਇਕੱਠਾ ਕਰਕੇ, ਆਪਦਾ ਇਕੱਠਾ ਕਰਕੇ ਪੈਸੇ ਬਾਹਰ ਨੂੰ ਭਜਾ ਰਹੇ ਨੇ, ਕਿਉਂਕਿ ਲੁੱਟ ਰਹੇ ਨੇ, ਕਿਸੇ ਨਾ ਕਿਸੇ ਬਹਾਨੇ ਨਾਲ ਲੁੱਟ ਰਹੇ ਨੇ। ਉਸ ਤੋਂ ਬਾਅਦ ਦੇ ਵਿੱਚ ਜ਼ਿੰਮੇਵਾਰ ਸਾਰੇ ਇਹ ਨੇ, ਸਾਰੇ ਇਹਨਾਂ ਦੇ ਬੈਗ ਇਹੀ ਚੱਲ ਰਹੇ। ਕਾਂਗਰਸ ਦੀ, ਬੀਜੇਪੀ ਦੀ, ਬਾਦਲ ਦੀ, ਇਹਨਾਂ ਦੀ ਕੋਈ ਆਮ ਪਾਰਟੀ ਕੇਜਰੀਵਾਲ ਦੀ, ਇਹ ਸਾਰੇ ਇੱਕੋ ਚੱਟੇ ਵੱਟੇ। ਕੋਈ ਇਹਨਾਂ 'ਚ ਕੋਈ ਘੱਟ ਨਹੀਂ, ਕੋਈ ਇਹ 'ਚ 500 ਤੈਸ਼ੀ ਨਹੀਂ ਹੈਗਾ। ਕਿਉਂ? ਲੋਕਾਂ ਨੂੰ ਸੋਚਣਾ ਪਊਗਾ ਵੀ ਜਿਹੜਾ ਇੱਕ ਮਿਸ਼ਨ 'ਤੇ ਚੱਲ ਰਹੇ ਨੇ ਬੰਦੇ, ਉਹਨਾਂ ਦੇ ਮਗਰ ਲੱਗਣਾ ਚਾਹੀਦਾ ਜਾਂ ਕਿਸੇ ਹੋਰ ਦੇ ਮਗਰ ਲੱਗਣਾ ਚਾਹੀਦਾ। ਇੱਕ ਪਲੇਟਫਾਰਮ 'ਤੇ ਇਕੱਠੇ ਹੋਣ, ਲੀਡਰ ਤਾਂ ਇੱਕ ਨੂੰ ਬਣਨਾ ਹੀ ਪੈਣਾ। ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ, ਖਾਲਸਾ ਰਾਜ ਹੋਇਆ 40 ਸਾਲ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਕਿਸੇ ਧੀ ਭੈਣ ਨਾਲ ਪ੍ਰਾਪਤ ਮੌਤ ਨਹੀਂ ਹੋਈ, ਫਾਂਸੀ ਨਹੀਂ ਹੋਈ। ਅੱਜ ਜੋ ਵੀ ਉੱਥੇ ਮੁਸਲਮਾਨ ਰਹਿੰਦਾ ਸੀ, ਜੋ ਵੀ ਹਿੰਦੂ ਰਹਿੰਦਾ ਸੀ, ਅੱਜ ਉਸ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਵੀ ਉਦਾਹਰਨ ਨਹੀਂ ਮਿਲਦੀ ਹੈਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੋਈ ਬਾਹਰ ਜਾਣਾ ਪਸੰਦ ਕੀਤਾ ਹੋਵੇ ਕਿਸੇ ਨੇ। ਜਿਵੇਂ ਕਿ ਹੁਣ ਉਹੋ ਜਿਹਾ ਰਾਜ ਸੀਗਾ, ਜੇ ਸਾਡਾ $1 ਸੀਗਾ ਉਸ ਟਾਈਮ ਦਾ, 1 ਰੁਪਈਆ ਮਹਾਰਾਜਾ ਰਣਜੀਤ ਸਿੰਘ ਦਾ, ਤਾਂ ਇੰਗਲੈਂਡ ਦੇ 3 ਰੁਪਈਏ ਬਣਦੇ ਸੀ। ਐਡਾ ਵੱਡਾ ਮਤਲਬ ਸਾਡਾ ਸੌਲਰ ਰਾਜ ਦੀ ਅਮੀਰ ਰਾਜ ਸੀਗਾ। ਇੱਥੇ ਅੱਜ ਆਪਾਂ ਇੰਗਲੈਂਡ ਜਾਂਦੇ ਹਾਂ, ਕੈਨੇਡਾ ਜਾਂਦੇ ਹਾਂ, ਆਸਟ੍ਰੇਲੀਆ ਜਾਂਦੇ ਹਾਂ, ਸਾਡੇ ਬੱਚੇ ਉੱਥੇ ਸਾਨੂੰ ਆਜ਼ਾਦੀ ਨਾਲ ਰਹਿ ਰਹੇ ਨੇ ਬੱਚੇ। ਉੱਥੇ ਕਿਸੇ ਨੂੰ ਨਹੀਂ ਪਤਾ ਕੋਈ ਹਿੰਦੂ ਆ, ਕੋਈ ਨਹੀਂ ਪਤਾ ਕੋਈ ਸਿੱਖ ਹੈ, ਕੋਈ ਨਹੀਂ ਪਤਾ ਇਹ ਕੌਣ ਆ, ਮੁਸਲਮਾਨ ਆ। ਉੱਥੇ ਆਪਣੀ ਆਜ਼ਾਦ ਹਸਤੀ ਨਾਲ ਬੱਚਾ ਰਹਿ ਰਿਹਾ, ਪਰਿਵਾਰ ਰਹਿ ਰਹੇ। ਉੱਥੇ ਆਪਾਂ ਜਾਂਦੇ ਹਾਂ, ਆਪਣੇ ਪਰਿਵਾਰ ਵੀ ਜਾਂਦੇ ਨੇ। ਔਰ ਉੱਥੇ ਜਾਣਾ ਪਸੰਦ ਕਿਉਂ ਕਰਦੇ ਆ? ਆਪਣਾ ਘਰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ, ਆਪਣੇ ਬੱਚੇ ਨੂੰ ਤੋਰਨਾ ਬਹੁਤ ਔਖਾ। ਪਰ ਉੱਥੇ ਕੀ ਆ? ਆਜ਼ਾਦੀ ਆ, ਆਜ਼ਾਦ ਮੁਲਕ ਹੈ। ਹਰੇਕ ਨੂੰ ਥੱਲੇ 84 ਤੋਂ ਲਾ ਕੇ ਸਾਡਾ ਅੱਜ ਕੈਨੇਡਾ ਦਾ ਬਹੁਤ ਉਪ ਪ੍ਰਧਾਨ ਮੰਤਰੀ ਬਣਿਆ ਆਪਣੀ ਕੁਆਲਿਟੀ ਦਾ। ਇੱਥੋਂ ਜਾ ਕੇ ਉੱਥੇ ਜਾ ਕੇ ਅਸੀਂ ਪ੍ਰਧਾਨ ਮੰਤਰੀ ਬਣ ਸਕਦੇ ਹਾਂ। ਕੀ ਇੱਥੇ ਨਹੀਂ ਬਣ ਸਕਦੇ? ਕਿਉਂਕਿ ਇੱਥੇ ਸਾਨੂੰ ਦਬਾਇਆ ਜਾ ਰਿਹਾ। ਜਿਹੜੇ ਬੰਦੇ ਸੰਘਰਸ਼ੀ ਨੇ, ਜਿਹੜੇ ਬੰਦੇ ਸੱਚਾਈ ਦੇ ਲੜਦੇ ਨੇ, ਉਹਨਾਂ ਨੂੰ ਇਹ ਜਾਂ ਗੋਲੀਆਂ ਮਾਰਦੇ ਨੇ, ਜਾਂ ਜੇਲ੍ਹਾਂ 'ਚ ਬੰਦ ਕਰਦੇ ਨੇ, ਜਾਂ ਉਹਨੂੰ ਫਾਂਸੀਆਂ ਲਾਉਂਦੇ। ਅਸੀਂ ਇਸ ਕਰਕੇ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਨੂੰ ਵੀ ਇਕੱਠੇ ਹੋਵੋ, ਜਿਹਦੇ ਵਿੱਚ ਆਪਾਂ ਨੂੰ ਇਹਨਾਂ ਤੋਂ ਮੰਗਣਾ ਨਾ ਪਵੇ। ਮੰਗ ਤੇ ਆਮ ਹੱਥ ਨਾ ਅੱਡਣੇ ਪੈਣ। ਸਾਡਾ ਆਪਦਾ ਭਾਅ ਹੋਣ, ਆਪਦੀਆਂ ਫਸਲਾਂ ਹੋਣ, ਆਪਦੀਆਂ ਜ਼ਮੀਨਾਂ ਹੈਗੀਆਂ ਨੇ, ਆਪਦੇ ਰੇਟ ਹੋਣ, ਆਪਦਾ ਜਿੱਥੇ ਮਰਜ਼ੀ ਵੇਚੀਏ। ਚਾਹੇ ਅਸੀਂ ਪਾਕਿਸਤਾਨ ਵੇਚੀਏ, ਚਾਹੇ ਅਸੀਂ ਅਫਗਾਨਿਸਤਾਨ ਵੇਚੀਏ, ਚਾਹੇ ਅਸੀਂ ਨੇਪਾਲ ਵਿੱਚ ਜਿੱਥੇ ਮਰਜ਼ੀ ਵੇਚੀਏ। ਸੈਨੀ ਵਾਲਾ ਬਾਰਡਰ ਦੇ ਉੱਤੇ ਬੇਨਤੀ ਕਰਦੇ ਹਾਂ ਵੀ ਉੱਥੇ 11 ਵਜੇ ਤੋਂ 3 ਵਜੇ ਤੱਕ ਪਹੁੰਚੋ, ਤੇ ਉੱਥੇ ਆਪਾਂ ਸਾਰੇ ਰਲ ਮਿਲ ਕੇ ਏਕਤਾ ਦੇ ਨਾਲ, ਏਕਤਾ ਦਾ ਸਬੂਤ ਦਈਏ, ਰਲ ਮਿਲ ਕੇ ਆਪਾਂ ਚੜ੍ਹਦੀ ਕਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਸਾਡੇ ਨਾਲ ਇੱਥੇ ਮੌਜੂਦ ਨੇ ਇੱਥੋਂ ਦੇ
ਟੀਵੀ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਕਹਿ ਤਾਂ ਰਿਹਾ ਆਮਦਨ ਦੁੱਗਣੀ ਹੋ ਜੂਗੀ ਤਿੱਗਣੀ ਹੋ ਜੂਗੀ, ਕਿਉਂਕਿ ਭਰੋਸਾ ਕਿਵੇਂ ਕਰੀਏ। ਪਹਿਲਾਂ ਇਹਨੇ ਨੋਟਬੰਦੀ ਕੀਤੀ ਤਾਂ ਸਾਰਾ ਪੂਰਾ ਮੁਲਕ ਮਾਰਤਾ। ਫਿਰ ਇਹਨੇ ਇੱਕ ਲਾਰਾ ਲਾਇਆ ਸੀ ਵੀ 15-15 ਲੱਖ ਰੁਪਇਆ ਹਰੇਕ ਦੇ ਅਕਾਊਂਟ ਦੇ ਵਿੱਚ ਆ ਜੂਗਾ। ਮੈਂ ਵੱਡੇ ਘਰਾਣਿਆਂ ਦੇ ਜਿਹੜੇ ਕਾਲਾ ਧਨ ਬਾਹਰਲੇ ਮੁਲਕਾਂ ਦੇ ਵਿੱਚ ਪਿਆ, ਸਵਿਟਜ਼ਰਲੈਂਡ ਦੇ ਵਿੱਚ ਪਿਆ, ਵੀ ਉਹਨਾਂ ਨੂੰ ਮੈਂ ਲਿਆ ਕੇ ਤੁਹਾਡੇ ਖਾਤਿਆਂ ਵਿੱਚ ਪਾਊਂਗਾ। ਗਰੀਬ ਬੰਦੇ ਸਾਰਿਆਂ ਦੇ ਇਕੱਲੇ ਬੰਦੇ ਨੂੰ 15-15 ਲੱਖ ਰੁਪਇਆ ਕਿਹਾ ਦੀ ਟੋਟਲ ਭਾਰਤ ਦੇ ਨੂੰ। ਉਹ ਨਹੀਂ ਮਿਲਿਆ ਕਿਸੇ ਨੂੰ। ਜੇ ਇਹ ਉਹਨਾਂ ਚੋਂ ਇੱਕ ਵੀ ਕੰਮ ਸਹੀ ਕਰ ਦਿੰਦਾ ਸ਼ਾਇਦ ਕੋਈ ਭਰੋਸਾ ਕਰ ਲੈਂਦਾ, ਪਰ ਇਹ ਸਾਰਾ ਕੁਝ ਜਿਹੜੇ ਉੱਚ ਘਰਾਣੇ ਨੇ ਉਹਨਾਂ ਨੂੰ ਲਾਹਾ ਦੇਣ ਦੇ ਲਈ ਹੈ। ਇਹ ਆਮਦਨ ਕਿਸਾਨਾਂ ਦੀ ਨਹੀਂ ਦੁੱਗਣੀ ਤਿੱਗਣੀ ਹੋਣੀ, ਕਿਸਾਨ ਖਤਮ ਹੋ ਜਾਊਗਾ। ਲੇਕਿਨ ਜਿਹੜੇ ਵੱਡੇ ਘਰਾਣੇ ਨੇ, ਕਾਰਪੋਰੇਟ ਘਰਾਣੇ ਨੇ, ਉਹਨਾਂ ਨੂੰ ਇਹ ਜ਼ਰੂਰ ਉਹਨਾਂ ਦੀ ਆਮਦਨ ਹੋਰ ਵਧਾ ਦੂਗਾ 3 ਗੁਣਾ 4 ਗੁਣਾ। ਕਿਉਂਕਿ ਜਿਹੜੇ ਹੁਣ ਆਪਾਂ ਇੱਥੇ ਦੇਖਦੇ ਹਾਂ, ਕੋਈ 48,000 ਕਰੋੜ ਰੁਪਇਆ ਲੈ ਕੇ ਭੱਜ ਗਿਆ, ਕੋਈ 4,000 ਕਰੋੜ ਰੁਪਇਆ ਲੈ ਕੇ ਭੱਜ ਗਿਆ, ਕੋਈ ਕਿੰਨਾ ਭੱਜ ਗਿਆ। ਵਿਜੇ ਮਾਲੀਆ 9,000 ਕਰੋੜ ਤੋਂ ਉੱਪਰ ਲੈ ਕੇ ਭੱਜ ਗਿਆ। ਹਾਲੇ ਤੱਕ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜੇ ਇੱਕ ਕਿਸਾਨ ਦੀ ਕਿਸ਼ਤ ਲੇਟ ਹੋ ਜਾਂਦੀ ਹੈ, ਲੋਨ ਲੱਗਾ ਹੁੰਦਾ, ਤਾਂ ਉਹਨੂੰ ਨੋਟਿਸ ਆਉਣ ਲੱਗ ਜਾਂਦੇ ਨੇ 1 ਮਹੀਨੇ ਮਗਰੋਂ, ਅਤੇ ਦੂਜੇ ਮਹੀਨੇ ਉਹਦੀ ਫੋਟੋ ਲੱਗ ਜਾਂਦੀ ਆ, ਤੀਜੇ ਮਹੀਨੇ ਉਹਨੂੰ ਚੱਕ ਕੇ ਅੰਦਰ ਮਾਰਦੇ। ਮਤਲਬ ਵੱਡੇ ਘਰਾਣਿਆਂ ਨੂੰ ਤਾਂ ਕੁਝ ਕਹਿ ਨਹੀਂ ਰਹੇ, ਗਰੀਬਾਂ ਨੂੰ ਮਾਰ ਰਹੇ ਨੇ। ਇਹ ਜਿਹੜੇ ਬਿੱਲ ਲਿਆਂਦੇ ਸੀ, ਅੱਜ ਉਹ ਕਾਨੂੰਨ ਬਣ ਗਏ ਨੇ, ਕਾਲੇ ਕਾਨੂੰਨ। ਇਹ ਬਹੁਤ ਹੀ ਸਾਡੇ ਲਈ ਖਤਰਨਾਕ ਨੇ। ਇਹਦੇ ਵਿੱਚ ਕਿਸਾਨ ਨੇ ਤਾਂ ਮਾਰਿਆ ਹੀ ਮਾਰਿਆ ਜਾਣਾ, ਲੇਕਿਨ ਕਿਸਾਨ ਦੇ ਨਾਲ ਜਿਹੜਾ ਵਿਚਾਰਾ ਮਜ਼ਦੂਰ ਆ, ਜਿਹੜਾ ਵਿਚਾਰਾ ਦੁਕਾਨਦਾਰ ਆ, ਜਿਹੜੇ ਵਿਚਾਰੇ ਛੋਟੇ ਵਪਾਰੀ ਨੇ, ਜਿਹੜੇ ਟਰਾਂਸਪੋਰਟਰ ਵੀਰ ਨੇ, ਆਪਾਂ ਸਾਰੇ ਹੀ ਆ ਗਏ, ਮੁਲਾਜ਼ਮ ਵੀਰ, ਤੁਸੀਂ ਪ੍ਰੈਸ ਵਾਲੇ ਭਾਈ, ਸਾਰੇ ਭੈਣਾਂ, ਸਾਰਿਆਂ ਨੇ ਮਾਰਿਆ ਜਾਣਾ। ਕਿਉਂਕਿ ਕਿਸਾਨ ਜਿਹੜਾ ਰੀੜ੍ਹ ਦੀ ਹੱਡੀ ਆ, ਜਦੋਂ ਆਪਣੇ ਸਰੀਰ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਆ ਤਾਂ ਟੋਟਲ ਸਰੀਰ ਬੇਕਾਰ ਹੋ ਜਾਂਦਾ। ਇਸੇ ਤਰ੍ਹਾਂ ਨਾਲੇ ਇਹਦਾ ਦੁਨੀਆ ਦਾ ਢਾਂਚਾ, ਜੇ ਸਾਨੂੰ ਅਨਾਜ ਪੈਦਾ ਕਰਨ ਵਾਲਾ ਹੀ ਮਰ ਗਿਆ ਤਾਂ ਸਾਰੇ ਮਰ ਗਏ। ਅੱਜ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਨੇ, ਕਿਸਾਨ ਤਾਂ ਮਜ਼ਦੂਰ ਕਿਸਾਨ, ਇਹ ਤਾਂ ਸਾਰੇ ਟਰਾਂਸਪੋਰਟ ਦਾ ਖੁਦਕੁਸ਼ੀ ਕਰਦੇ ਆ ਰਹੇ ਨੇ ਵਿਚਾਰੇ। ਆਰਥਿਕ ਪੱਖੋਂ ਇੰਨੇ ਕਮਜ਼ੋਰ ਨੇ, ਘਸਿਆਰੇ ਬਣ ਗਏ ਨੇ। ਇਹਨਾਂ ਨੂੰ ਮਤਲਬ ਵਿਚਾਰਿਆਂ ਨੂੰ ਕੋਈ ਸੋਚਦਾ ਹੀ ਨਹੀਂ ਵੀ ਅਸੀਂ ਕਰੀਏ ਕੀ। ਇਹ ਹੁਣ ਜੇ ਜਾਗੇ ਨੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ, ਤਾਂ ਅੱਜ ਸਾਨੂੰ ਬਹੁਤ ਖੁਸ਼ੀ ਹੈ ਵੀ ਜਿਹੜਾ ਨੌਜਵਾਨ ਹੈ ਬਹੁਤ ਜਾਗਿਆ। ਕੁਛ ਆਪਣੇ ਜਗ੍ਹਾ 'ਤੇ ਜਿਹਨਾਂ ਵੀ ਮਰਜ਼ੀ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਨੇ। ਇੱਕ ਹੋਰ ਬਹੁਤ ਖੁਸ਼ੀ ਹੈ, ਸਾਡੀਆਂ ਭੈਣਾਂ ਵੀ ਜਾਗੀਆਂ ਨੇ, ਮਾਤਾਵਾਂ ਭੈਣਾਂ ਆਪਣੇ ਘਰਾਂ ਦੇ ਵਿੱਚ ਹੀ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਹ ਚੀਜ਼ ਦਾ ਵਿਰੋਧ ਕਰਦੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕਿਉਂਕਿ ਜਿਹੜਾ ਜ਼ੁਲਮ ਦੇ ਖਿਲਾਫ ਲੜਾਈ ਹੁੰਦੀ ਆ, ਉਹ ਲੜਾਈ ਕਿਵੇਂ ਮਰਜ਼ੀ ਲੜੀ ਜਾਵੇ, ਲੜਾਈ ਉਹ ਚੱਲਦੀ ਰਹਿਣੀ ਚਾਹੀਦੀ ਹੈ। ਇਹ ਅੱਜ ਪੂਰੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਲਗਾਤਾਰ ਚੱਲ ਰਹੀ ਆ। ਵੱਖ-ਵੱਖ, ਕੋਈ ਰੇਲ ਰੋਕੀ ਬੈਠਾ, ਕੋਈ ਰੋਡ ਰੋਕਦਾ, ਕੋਈ ਧਰਨੇ ਮੁਜ਼ਾਹਰੇ ਕਰਦਾ, ਕੋਈ ਰੋਸ ਰੈਲੀਆਂ ਕੱਢਦਾ। ਇਹ ਸਾਰੇ ਆਪੋ ਆਪਣੀ ਜਗ੍ਹਾ ਦੇ ਵਿੱਚ ਮਤਲਬ ਉਹ ਕਾਲੇ ਕਾਨੂੰਨ ਦੇ ਵਿਰੁੱਧ ਹੀ ਬੋਲ ਰਹੇ। ਸੋ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਸੰਘਰਸ਼ ਹੈ ਲਗਾਤਾਰ ਕੀਤਾ ਜਾ ਰਿਹਾ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਸੰਘਰਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਈ ਦਿਨਾਂ ਤੋਂ ਇੱਥੇ ਸ਼ੰਭੂ ਬਾਰਡਰ ਤੇ ਲਗਾਤਾਰ ਆ ਜਿਹੜਾ ਧਰਨਾ ਕਿਸਾਨ ਮੋਰਚਾ ਸਾਡਾ ਜਿਹੜਾ ਚੱਲ ਰਿਹਾ ਹੈ, ਕਿਸਾਨ ਯੂਨੀਅਨ ਅੰਮ੍ਰਿਤਸਰ ਭਾਈ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। 25 ਤਰੀਕ ਨੂੰ ਵੀ ਇੱਥੇ ਵੱਡਾ ਇਕੱਠ ਹੋਇਆ ਸੀ। ਉਸ ਸਮੇਂ ਵੀ ਅਸੀਂ ਬੋਲ ਕੇ ਗਏ ਸੀ। ਉਸ ਸਮੇਂ ਅਸੀਂ ਉਹ ਗੱਲ ਕੀਤੀ ਸੀ ਜੋ ਅਸੀਂ ਲੰਮੇ ਸਮੇਂ ਤੋਂ ਇਸ ਸੋਚ ਤੇ, ਇਸ ਗੱਲਾਂ ਤੇ ਪਹਿਰਾ ਦੇ ਰਹੇ ਆ, ਜੋ ਸਾਡੀਆਂ ਅਸਲ ਮੰਗਾਂ ਹੈ। ਜਦੋਂ ਮੋਰਚਾ ਲੱਗਿਆ ਸੀ, ਧਰਮ ਯੁੱਧ ਮੋਰਚਾ, ਅਨੰਦਪੁਰ ਸਾਹਿਬ ਦਾ ਮਤਾ ਜਿਹੜਾ, ਉਹਦੀਆਂ ਮੰਗਾਂ ਸੀ। ਪੰਜਾਬ ਦੀਆਂ ਅਸਲ ਮੰਗਾਂ ਉਹ ਹੈ, ਜਿੰਨਾ ਚਿਰ ਉਹ ਮੰਗਾਂ ਤੇ
ਸਾਡੇ ਪੰਜਾਬ ਦੀਆਂ ਪਾਰਟੀਆਂ ਜਾਂ ਜਥੇਬੰਦੀਆਂ ਉਸ ਅਸਲ ਗੱਲ ਤੇ ਨਹੀਂ ਆਉਂਦੀਆਂ, ਉਹਨਾਂ ਚਿਰ ਨਾ ਕਿਸਾਨ ਦਾ ਨਾ ਕਿਸੇ ਹੋਰ ਵਰਗ ਦਾ ਭਲਾ ਨਹੀਂ ਹੋ ਸਕਦਾ। ਉਸ ਸਮੇਂ ਰੁਜ਼ਗਾਰ ਦੀ ਵੀ ਗੱਲ ਕੀਤੀ ਸੀ ਮਤੇ ਦੇ ਵਿੱਚ ਨੌਜਵਾਨਾਂ ਦੀ, ਤੇ ਉਸ ਸਮੇਂ ਪੰਜਾਬ ਦੇ ਜਿਹੜੇ ਪਾਣੀ ਦਰਿਆ ਸਾਡੇ ਹੈੱਡ ਵਰਕ ਸੀ ਉਹ ਖੋਏ ਗਏ, ਉਹਨਾਂ ਦੀ ਗੱਲ ਕੀਤੀ, ਪੰਜਾਬੀ ਬੋਲੀ ਦੀ ਗੱਲ ਕੀਤੀ, ਪੰਜਾਬੀ ਇਲਾਕੇ ਜਿਹੜੇ ਸਾਡੇ ਇਸ ਪੰਜਾਬ ਤੋਂ ਵੱਖ ਕਰ ਦਿੱਤੇ ਗਏ ਉਹਨਾਂ ਦੀ ਗੱਲ ਉਸ ਸਮੇਂ ਸਾਡੇ ਨੌਜਵਾਨਾਂ ਨੇ ਵੀ ਕੀਤੀ। ਜਿਹੜੇ ਸਹਾਇਤਾ ਪ੍ਰਾਪਤ ਕਰਕੇ ਉਹਨਾਂ ਦਾ ਕੋਈ ਹੋਰ ਰੌਲਾ ਨਹੀਂ ਸੀ, ਉਹ ਆਹੀ ਮੰਗਾਂ ਤੇ ਸਾਡੇ ਨੌਜਵਾਨ ਘਰਾਂ ਦੇ ਵਿੱਚੋਂ ਨਿਤਰੇ ਸੀ ਤੇ ਉਹਨਾਂ ਨੇ ਸਹਾਇਤਾ ਦਿੱਤੀਆਂ। ਜਦੋਂ ਆਹ ਜਿਹੜੀ ਹਰਿਆਣੇ ਨੂੰ ਨਹਿਰ ਜਾਂਦੀ ਹੈ, ਇਹ ਪਾਣੀ ਜਿਹੜਾ ਸੀ ਇਹ ਵੀ ਉਹਨਾਂ ਖਾੜਕੂ ਯੋਧਿਆਂ ਨੇ ਰੋਕਿਆ ਸੀ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਹਰੇਕ ਜ਼ਮੀਨ ਲੈ ਸਕਦਾ ਤੇ ਪਰ ਜਦੋਂ ਅਸੀਂ ਹੋਰ ਸੂਬੇ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਤੇ ਇਹ ਮੰਗਾਂ ਸਾਡੀਆਂ ਜਿਹੜੀਆਂ ਸੀ ਇਹ ਉਸ ਸਮੇਂ ਚੱਲਦੀਆਂ ਰਹੀਆਂ ਤੇ ਉਹੀ ਮੰਗ ਹੁਣ ਦੁਬਾਰਾ ਫੇਰ ਜਿਹੜੀਆਂ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਪਾਸ ਕੀਤੇ ਆ ਉਹਦੇ ਤੇ ਜਿਹੜਾ ਅਵਾਲ ਆਇਆ, ਜਿਹੜੇ ਨੌਜਵਾਨ ਤਬਕਾ ਖੜਾ ਹੋਇਆ ਵੀ ਜਿਹੜੀਆਂ ਆਰਡੀਨੈਂਸ ਬਿੱਲ ਪਾਸ ਕੀਤੇ ਇਹਨੂੰ ਰੱਦ ਕੀਤੇ ਜਾਣ। ਅਸੀਂ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਇੱਕ ਸੋਚ ਤਹਿਤ ਜੋ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜੀ ਦਿੱਤੀ ਸੀ, ਉਸੇ ਤੇ ਹੀ ਚੱਲ ਕਰਕੇ ਲੋਕਾਂ ਦੇ ਹੱਕਾਂ ਦੀ ਤੇ ਧਰਮ ਲਈ ਅਤੇ ਕੌਮ ਲਈ ਆਜ਼ਾਦੀ ਲਈ ਸੰਘਰਸ਼ ਲਗਾਤਾਰ ਅਸੀਂ ਕਰ ਰਹੇ ਹਾਂ। ਜਿਵੇਂ ਕਿਹਾ ਜਾਂਦਾ ਕਿ ਕੱਲ ਨੂੰ ਕਿਹਾ ਗਿਆ ਇਹਨਾਂ ਦੇ ਮੁੱਦੇ ਦੀ ਨਹੀਂ ਹੈਗੀ, ਕੱਲ ਸਾਡੀ ਹੋਂਦ ਨੂੰ ਬਚਾਉਣ। ਬਿਲਕੁਲ ਜੀ, ਸਾਡੀ ਹੋਂਦ ਨੂੰ ਖਤਰਾ, ਸਾਡੀ ਨਿਆਰੀ ਹਸਤੀ ਹੈ ਜਿਹੜਾ ਸਾਡਾ ਖਾਲਸਾ ਪੰਥ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨਿਆਰਾ ਸਾਜਿਆ ਸੀ, ਇੱਕ ਵੱਖਰੀ ਕੌਮ ਸਾਜੀ ਸੀ। ਅੱਜ ਉਹਦੀ ਹੋਂਦ ਨੂੰ ਖਤਰਾ ਕਿਉਂ ਪਿਆ ਤੇ ਕਿਹਨੇ ਇੱਥੇ ਤੱਕ ਹਾਲਾਤ ਪਹੁੰਚਾਏ ਉਹ ਦੁਨੀਆ ਦੇ ਸਾਹਮਣੇ ਹੈ। ਜਿਹੜਾ ਸਾਡਾ ਲੀਡਰ ਸੀ ਜਿਹਨੂੰ ਲੋਕ ਸਮਝੀ ਬੈਠੇ ਸੀ ਪ੍ਰਕਾਸ਼ ਬਾਦਲ, ਉਹ ਆਰਐਸ ਦੀ ਝੋਲੀ ਪੈ ਕੇ ਉਹ ਗੁਲਾਮ ਬਣ ਗਿਆ ਭਾਜਪਾ ਦੇ। ਸਾਡੇ ਉਹਨੇ ਸਿਧਾਂਤਾਂ ਦਾ ਵੀ ਘਾਣ ਕਰ ਦਿੱਤਾ। ਸਾਡਾ ਜਿਹੜਾ ਧਰਮ ਸੀ, ਵਿਲੱਖਣ ਇਤਿਹਾਸ ਸੀ ਸਾਡੇ ਗੁਰੂਆਂ ਨੇ ਦਿੱਤਾ, ਉਹਨੂੰ ਇਹਨੇ ਨੀਵਾਂ ਵਿਖਾਤਾ ਤੇ ਇਸ ਇਤਿਹਾਸ ਦੇ ਵਿੱਚ ਇਹਨੇ ਇਹੋ ਜਿਹੇ ਕਾਰਨਾਮੇ ਇਹਨੇ ਦਰਜ ਕਰ ਦਿੱਤੇ ਜੋ ਦੁਨੀਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕ ਇਹਨੂੰ ਲਾਹਣਤਾ ਪਾਉਣਗੇ। ਜਿਹੜਾ ਸਾਡਾ ਧਰਮ ਸੀ ਇਹ ਵੱਖਰਾ ਸੀ, ਇਹਨੇ ਸ਼੍ਰੋਮਣੀ ਕਮੇਟੀ ਰਾਹੀਂ ਸਾਡੇ ਧਰਮ ਨੂੰ ਨੀਵਾਂ ਲਿਆਂਦਾ, ਗਰਾਫਟ ਦੇ ਵਿੱਚ ਲਿਆਂਦਾ। ਸਿਧਾਂਤ ਰੋਧ ਤੇ ਕਾਲ ਤੱਕ ਦੀ ਮਰਜ਼ਾਦਾ ਸੀ ਜਿਹੜੀ ਮੇਰੀ ਪੀੜ੍ਹੀ ਦਾ ਸਿਧਾਂਤ ਸੀ, ਉੱਥੋਂ ਗਲਤ ਹੁਕਮਨਾਮੇ ਜਾਰੀ ਕਰਾ ਕੇ ਆਪਣੇ ਚਾਪਲੂਸ ਜਹੇਦਾਰਾਂ ਤੋਂ ਕਿਤੇ ਸਰਸੇਲ ਨੂੰ ਮਾਫੀ ਦਿੱਤੀ, ਕਿਤੇ ਬਦਲਾਅ ਕਰ ਦਿੱਤਾ, ਕਰੋੜਾਂ ਰੁਪਏ ਇਸ਼ਤਿਹਾਰ ਦਿੱਤੇ, ਫਿਰ ਸਾਡੇ ਧਰਮ ਦੀ ਬੇਅਦਬੀ ਕਰਵਾਤੀ ਤੇ ਫਿਰ 2 ਨੌਜਵਾਨ ਸ਼ਹੀਦ ਕਰਤੇ। ਪਰਿਵਾਰ ਹਮੇਸ਼ਾ ਕਿਸਾਨਾਂ ਨਾਲ ਵੀ ਇਹਨੇ ਹਮੇਸ਼ਾ ਗਦਾਰੀ ਕੀਤੀ ਹੈ ਤੇ ਸਾਡੀ ਕੌਮ ਦੇ ਨਾਲ ਵੀ। ਅੱਜ ਇਹਨਾਂ ਦਾ ਚਿਹਰਾ ਸੀ ਜਿਹੜਾ ਨੰਗਾ ਹੋ ਗਿਆ ਦੁਨੀਆ ਦੇ ਸਾਹਮਣੇ। ਜਿਹੜੀ ਇਹਨੇ ਪਿੱਛੇ ਜੇ ਚੰਡੀਗੜ੍ਹ ਰੈਲੀ ਕੀਤੀ ਹੈ, ਡਰਾਮਾ ਕੀਤਾ, ਉਹਦੇ ਤਾਂ ਕਿਸਾਨਾਂ ਨੂੰ ਵੀ ਸਪਸ਼ਟ ਹੋ ਗਿਆ ਵੀ ਨਾ ਤੇ ਕਿਸਾਨ ਹਤੈਸ਼ੀ ਹੈ ਤੇ ਨਾ ਇਹ ਜਿਹੜਾ ਪੰਥ ਦੇ ਨਾਂ ਤੇ ਹੁਣ ਤੱਕ ਵੋਟਾਂ ਲੈਂਦਾ ਹੈ, ਨਾ ਪੰਥ ਹਤੈਸ਼ੀ ਹੈ। ਪੰਥ ਹਤੈਸ਼ੀ ਆ ਬੈਠੇ ਆ ਲੋਕ ਜਿਨ੍ਹਾਂ ਨੇ ਹਮੇਸ਼ਾ ਕੌਮ ਦੀ ਗੱਲ ਕੀਤੀ ਹੈ, ਧਰਮ ਦੀ ਗੱਲ ਕੀਤੀ ਹੈ, ਕਿਸਾਨਾਂ ਦੀ ਗੱਲ ਕੀਤੀ ਹੈ। ਅੱਜ ਸਾਡਾ ਵੀ ਫਰਜ਼ ਬਣਦਾ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ, ਕਿਉਂਕਿ ਖੁਦ ਜਿੰਨੇ ਇੱਥੇ ਬੈਠੇ ਆ ਕਿਸਾਨੀ ਨਾਲ ਸੰਬੰਧਿਤ ਹੈ। ਸਾਡਾ ਮੰਡੀ ਬੋਰਡ ਤਬਾਹ ਹੋ ਜਾਣਾ ਹੈ ਤੇ ਸਾਡੇ ਮਾਰਕੀਟ ਤਬਾਹ ਹੋ ਜਾਣੀ ਹੈ ਤੇ ਜਿਹੜਾ ਸਾਡਾ ਜਿਵੇਂ ਟਰਾਂਸਪੋਰਟ ਖਤਮ ਹੋ ਗਿਆ, ਜਿਵੇਂ ਸਰਕਾਰੀ ਸਕੂਲ ਸਾਡੇ ਖਤਮ ਹੋ ਗਏ, ਬਿਜਲੀ ਬੋਰਡ ਸਾਡਾ ਖਤਮ ਹੋਣ ਦੇ ਕਿਨਾਰੇ ਹੈ। ਇਹ ਸਾਡੇ ਲੀਡਰਾਂ ਨੇ ਸਾਰਾ ਕੁਝ ਕੀਤਾ ਹੈ, ਭਾਵੇਂ ਕਾਂਗਰਸ ਹੋਵੇ ਭਾਵੇਂ ਹੋਵੇ ਹੋਰ ਪਾਰਟੀ। ਇਹ ਸਾਡੇ ਲੀਡਰਾਂ ਨੇ ਜਿਹੜਾ ਸਾਡਾ ਪੰਜਾਬ ਹੈ ਇਹ ਗਹਿਣੇ ਧਰ ਦਿੱਤਾ ਕੇਂਦਰ ਸਰਕਾਰ ਦੇ ਕੋਲੇ। ਇੱਥੇ ਕੰਪਨੀਆਂ ਆ ਰਹੀਆਂ, ਕੰਪਨੀਆਂ ਧੜਾ ਆਪੋ ਆਪਣੇ ਜਿਹੜੇ ਕਿ ਕਾਰੋਬਾਰ ਆ ਉਹ ਚਲਾ ਰਹੀਆਂ। ਸੋ ਬਿਲਕੁਲ 18 ਤਰੀਕ ਨੂੰ ਇਹ ਜਿਹੜਾ ਵੱਡਾ ਸੰਘਰਸ਼ ਜਿਹੜਾ ਹੈ ਦੇਖਣ ਨੂੰ ਮਿਲੇਗਾ ਹੁਸੈਨੀਵਾਲਾ ਬਾਰਡਰ ਤੇ ਉੱਥੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਵੱਲੋਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਇਸ ਜਿਹੜਾ ਧਰਨਾ ਪ੍ਰਦਰਸ਼ਨ ਹੋਏਗਾ ਇਸ ਦੇ ਵਿੱਚ ਸ਼ਾਮਿਲ ਜ਼ਰੂਰ ਹੋਣ।